करके तो निकल गया भी बहाना बना। ਜ਼ਿਆ ਭਾਈ ਗੱਲ पे ਕਰਦੇ ਹੋਣਾ ਤੇ ਵਿੱਚ ਕੜਚ ਨਾ ਪਵਾਇਆ ਕਰੋ। ਕੋਈ ਬੰਦਾ ਬੋਲਦਾ ਉਹਨੂੰ ਚੁੱਕ ਕੇ ਥੱਲੇ ਮਾਰੋ। ਉਹਨੂੰ ਮਾਰ ਛੜਿਆ ਸੀ ਚੁੱਕ ਕੇ ਥੱਲੇ, ਨਾਲ ਮੀਰ ਵੀ ਨਿਕਲ ਗਿਆ ਨਾ। ਉਹ ਵੀ ਉਹਨੇ ਤੇ ਸ਼ੁਕਰ ਕੀਤਾ ਮੈਨੂੰ ਮੌਕਾ ਲੱਭਾ, ਕਾਬੂ ਆ ਗਿਆ ਸੀ। ਮਾਹੌਲ ਨੂੰ ਕੋਸ਼ਿਸ਼ ਕਰਨਾ ਚਾਹੀਦਾ ਹੈ ਕਿ ਮਾਹੌਲ ਜਿਹੜਾ ਹੈ ਉਹ ਗੱਲਬਾਤ ਵਾਲਾ ਸਾਜ਼ਗਾਰ ਹੋਵੇ। ਬਹੁਤੀ ਲਿਫਟ ਕੇ ਵੀ ਨਹੀਂ ਕਰਨੀ ਚਾਹੀਦੀ ਤੇ ਕਿਸੇ ਨਾਲ ਜ਼ੁਲਮ ਜ਼ਿਆਦਤੀ ਵੀ ਨਹੀਂ ਕਰਨੀ ਚਾਹੀਦੀ। ਦਰਮਿਆਨ ਚ ਮੇਲ ਰੱਖਣਾ ਚਾਹੀਦਾ ਹੈ, ਦਰਮਿਆਨਾ ਮੇਲ। ਇਤਦਾਲ ਹੀ ਇਸਲਾਮ ਵੀ ਆਂਦਾ, ਇਤਦਾਲ ਦਾ ਰਸਤਾ। ਬਾਬਰ ਭਾਈ ਕੀਤੀ ਰਿਕਾਰਡਿੰਗ ਸਾਰੀ ਉੱਥੇ ਦੀ ਮਲਕ ਸਾਹਿਬ ਦੀ ਬਰਾੜ ਦੀ। ਕਰਤੋ ਜੀ ਸ਼ੁਰੂ ਤੋਂ ਜਦੋਂ ਤੁਸੀਂ ਚੜ੍ਹੇ ਹੋ ਨਾ ਉਸ ਤੋਂ ਪਹਿਲੇ ਦੀ ਲੱਗੀ ਰਿਕਾਰਡਿੰਗ ਤੇ ਇਹ ਹੁਣ ਉੱਥੋਂ ਲੱਥ ਕੇ ਆਇਆ ਜਦੋਂ ਬਰਾੜ ਡਿੱਗੀ ਹੈ। ਇਹ ਜਿਹੜੀ ਇਹਨੇ ਇਹਦਾ ਨਾਂ ਰੱਖਿਆ ਜੋ ਮਿਰਜ਼ਾ ਤਾਹਿਰ ਦਾ ਮੁਬਾਲਾ, ਤਾਂ ਕਿ ਲੱਭਣੀ ਫਿਰ ਆਸਾਨ ਹੋਵੇ ਵੀਡੀਓ। इंशाल्लाह रिकॉर्डिंग रिकॉर्डिंग भी आ गई इंशाल्लाह। अमर भाई ਇਹਨੇ ਕੰਪਾਸਟਿਕ ਨੇ ਸ਼ਾਤਮੀਅਤ ਕੀਤੀ ਹੈ। ਜਿਸ ਵੇਲੇ ਉਹ ਭੌਂਕਣ ਲੱਗਾ ਤੇ ਮੈਂ ਬੋਲ ਰਿਹਾ ਸੀ ਮੂੰਹ ਬੜਾ ਜ਼ੋਰ ਦੇ ਨਾਲ ਤੇ ਮੇਰੇ ਕੰਨਾਂ 'ਚ ਦੀ ਆਵਾਜ਼ ਨਹੀਂ ਪਈ। ਕੁਝ ਕਹਿਣ ਲੱਗਾ ਸੀ ਤੇਰੇ ਪਤਾ ਨਹੀਂ ਨਬੀ ਜਾਂ ਇਸ ਤਰ੍ਹਾਂ ਦਾ ਕੋਈ ਲਫ਼ਜ਼ ਬੋਲਣ ਲੱਗਾ ਸੀ, ਲੇਕਿਨ ਮੈਂ ਉਹ ਸੁਣ ਨਹੀਂ ਸਕਿਆ। ਮੈਂ ਇੱਕਦਮ ਤੇਜ਼ੀ ਨਾਲ ਬੋਲਿਆ ਤੇ ਮੇਰੇ ਫਿਰ ਕੰਨਾਂ 'ਚ ਦੀ ਆਵਾਜ਼ ਨਹੀਂ ਪਈ। ਤੁਸੀਂ ਸੁਣੀਏ ਕੀਤੀ ਸੋ ਕੋਈ ਐਸਾ ਲਫ਼ਜ਼ ਬੋਲਿਆ ਸੀ ਤੇ ਨਬੀ ਦਾ ਕੋਈ ਇਸ ਤਰ੍ਹਾਂ ਦਾ ਨਾਂ ਲੈ ਕੇ ਬੋਲਣ ਤੇ ਲੱਗਾ ਸੀ। ਮੈਂ ਵੀ ਇੰਨਾ ਕੀ ਸੁਣਿਆ, ਮੈਨੂੰ ਵੀ ਇੰਨੀ ਕੀ ਸਮਝ ਲੱਗੀ ਹੈ। ਉਸੇ ਵੇਲੇ ਉਹਨੂੰ ਕਿਸੇ ਡਿਸਕਨੈਕਟ ਕਰ ਦਿੱਤਾ ਇੰਨੀ ਕੀ ਬਸ ਤੇਰੇ ਨਬੀ ਇੰਨਾ ਕੀ ਹਾਂ ਇੰਨਾ ਹੀ ਲਫ਼ਜ਼ ਨਿਕਲਿਆ। ਉਸੇ ਵੇਲੇ ਉਹਨੂੰ ਕਿਸੇ ਨੇ ਥੱਲੇ ਸੁੱਟ ਦਿੱਤਾ ਸੀ ਤੇ ਮੈਨੂੰ ਤੇ ਇੰਜ ਹੀ ਲੱਗਿਆ ਕਿ ਉਹ ਪੂਰਾ ਲਫ਼ਜ਼ ਬੋਲ ਨਹੀਂ ਸਕਿਆ। ਤੇਰੇ ਨਬੀ ਦਾ ਮੈਨੂੰ ਸ਼ੱਕ ਪਿਆ ਲਫ਼ਜ਼ ਬੋਲਿਆ ਉਹਨੇ ਤੇ ਨਾਲ ਹੀ ਕਿਸੇ ਨੂੰ ਡਿਸਕਨੈਕਟ ਕਰ। ਦੂਸਰਾ ਹੈ ਕਿ ਮੈਂ ਉਸੇ ਉੱਚੀ ਆਵਾਜ਼ ਚੀਖ ਰਿਹਾ ਸੀ, ਫਿਰ ਮੇਰੇ ਕੰਨਾਂ 'ਚ ਵੀ ਨਹੀਂ ਸੀ ਆ ਰਹੀ ਆਵਾਜ਼ ਕੀ ਕਹਿ ਰਿਹਾ। ਹਰਾਮੀ ਹੋ, ਅਗਰ ਉਹ ਰਹਿੰਦਾ ਤੇ ਉਹਨੇ ਹਰਾਮਜ਼ਾਦਗੀ ਹੀ ਕਰਨੀ ਸੀ। ਉਹ ਬੰਦੇ ਦਾ ਪੁੱਤਰ ਤੇ ਹੈ ਹੀ ਨਹੀਂ ਨਾ, ਉਹਨੂੰ ਹਰਾਮਜ਼ਾਦਾ ਉਹਦੇ ਭਰਾਵਾਂ ਨੇ ਕਿਹਾ। ਮੈਂ ਕਿਹਾ ਇਸ ਵੀਡੀਓ ਦਾ ਜਿਹੜਾ ਹੁੰਦਾ ਹੈ ਨਾ, ਉਹ ਤੁਸੀਂ ਜਿਹੜਾ ਫਰੰਟ ਤੇ ਲਾਉਂਦੇ ਹੋ, ਕੀ ਉਹਨੂੰ ਕਹਿੰਦੇ ਹੋ, ਉਹਦੇ ਉੱਤੇ ਮਿਰਜ਼ਾ ਤਾਹਿਰ का मबाला लिखियो। जी जी इंशाल्लाह। अलियास तार के साथ अलियास तार साहब के साथ मिर्जा ताहिर का मबाला मलक तलत की बराड़ ऐतराजी इंशाल्लाह ताकि फिर लबना भी आसान हो, क्योंकि ਉਹਦੇ ਚੋਂ ਨਾ ਆਪ ਰਿਕਾਰਡਿੰਗ ਪਲੇ ਕਰ ਦਿੱਤੀ ਹੈ। ਅਸੀਂ ਤੇ ਉਹ ਜਿਹੜਾ ਉਹਦਾ ਖੁਤਬਾ ਸੀ ਉਹ ਲਿਖ ਕੇ ਹੀ ਸਕੈਨ ਹੀ ਲਾਇਆ ਸੀ ਮੈਂ, ਕਿ ਉਹ ਪਿੱਛੇ ਜਵਾਦ ਉਹਨੂੰ ਸੈਂਡ ਬੈਕ ਕਰਦਾ ਸੀ, ਉਹਨੂੰ ਟਰੁੱਥ ਸੀਕਰ ਨੂੰ। ਉਹ ਜਿਹੜਾ ਜਵਾਦ ਨਹੀਂ ਨਲੀ ਚੋਚ ਉਹ ਪਿਆ ਪਿੱਛੋਂ ਕਰਦਾ ਸੀ ਉਹਨੂੰ ਵੀਡੀਓ ਸੈਂਡ। ਉਹ ਵੀਡੀਓ ਨੇ ਪਲੇ ਕਰ ਦਿੱਤੀ। ਮੈਂ ਕਿਹਾ ਚਲੋ ਅੱਛਾ ਹੋ ਗਿਆ, ਵਿੱਚ ਆ ਗਈ ਵੀਡੀਓ, ਲਫ਼ਜ਼ ਵਿੱਚ ਆ ਗਏ। ਹੈ ਤੇ ਸਹੀ ਉਹ ਪਈ YouTube ਤੇ। ਉਹ ਪਹਿਲੇ ਤਾਂ ਕਹਿ ਰਿਹਾ ਸੀ ਕਿ ਆ ਕਿੱਥੇ ਵੇ ਇਹਦਾ ਸਬੂਤ ਦਿਓ, ਇਹਦਾ ਸਬੂਤ ਦਿਓ, ਤੇ ਉਹਨੂੰ ਪਿੱਛੋਂ ਕਿਸੇ ਨੇ ਸੈਂਡ ਕੀਤੀ ਬਿਆ ਵੇਖ ਮਿਰਜ਼ਾ ਸਾਹਿਬ ਆਪ ਦੱਸ ਰਹੇ। ਉਹਨੇ ਕਿਹਾ ਹੋਣਾ ਪਤਾ ਨਹੀਂ ਇਸ ਗੱਲ ਦਾ ਰੱਦ ਹੋਣਾ, ਚ ਉਹਨੇ ਪਲੇ ਕਰ ਛੱਡੀ। ਹਰਬ ਉਹੀ ਤਾਰੀਰ ਸੀ ਜਿਹੜੀ ਤੁਸੀਂ ਪੜ੍ਹੀ ਸੀ। ਇਹ ਜਿਹੜਾ ਖੁਤਬਾ ਦਿੰਦਾ ਸੀ, ਜੋ ਬੋਲਦਾ ਸੀ ਉਹੀ ਲਿਖਿਆ ਜਾਂਦਾ ਸੀ। ਉਹਨਾਂ ਲਿਖ ਕੇ ਉਹੀ ਖੁਤਬਾ ਅਪਲੋਡ ਕੀਤੇ ਹੈ। ਇਹੋ ਹੀ ਉਹ ਵੀਡੀਓ 'ਚ ਮੌਜੂਦ ਹੈ। ਇਹ ਮੈਂ ਅੱਗੇ ਵੀ ਸੁਣੀ ਹੈ, ਲੇਕਿਨ ਉਹ ਮੇਰੇ ਇਹ ਨਹੀਂ ਸੀ ਆਇਆ ਤੇ ਉਹਨੇ ਪਲੇ ਕਰਕੇ ਤੇ ਅੱਛਾ ਕਰ ਦਿੱਤਾ, ਵਿੱਚ ਆ ਗਈ ਵੀਡੀਓ। ਸਾਡੇ ਮੁਹਤਰਮ ਕੱਲ ਤਰਾਕਲ ਕਲੂਬ ਨੇ ਵੀ ਲਾਈ ਸੀ ਕਿ ਸਾਨੂੰ ਮੋਬਾਈਲ ਕਬੂਲ ਹੈ। ਉਹਦਾ ਜਵਾਬ ਜ਼ਿਆ ਭਾਈ ਨੇ ਦੇ ਦਿੱਤਾ ਨਾ ਉਹਨੂੰ। ਅੱਛਾ ਅੱਛਾ। ਉਹ ਕਲਿੱਪ ਉਹਨਾਂ ਰਿਕਾਰਡ ਕਰਕੇ ਹੱਥ 'ਚ ਰੱਖੋ। ਜੇ ਅੱਜ ਆਮਦਾ ਤੇ ਉਹਦੀ ਚੜ੍ਹ ਜੋ ਬਰਾੜ ਤੇ ਉਹਨੂੰ ਆਖੋ ਲੈ ਇਹ ਜਵਾਬ ਹੀ ਤੇਰਾ। ਗੱਲ ਸੁਣੋ, ਇਹ ਭਰਾ ਦੀ ਬਰਾੜ ਤੇ ਜਾ ਕੇ ਪਿਛੜੇ ਆ। अपना दुनिया की बिल्कुल बदतरीन मखलूक है। इनका नताज फुरकान नहीं हो जाए शातम और बराड़ ते चढ़े हैं। उसके नतीजे में जो औलाद पैदा होती है ये सारे अहले हदीस वाले दोस्त के मुताबिक। तो आमिर भाई, ज़िया भाई हमारे सामने क्या बगैर तो आपके डुब मरो लानती। कौन है? ਇਹ ਬਾਸਟਰ ਜੀ ਨੂੰ ਟੀਕੇ ਲਾ ਕੇ ਆਏ ਕਿ ਭੈੜੀ ਬਾਜ਼ ਵਾਲਾ ਛਾੜਿਆ ਜੀ। वो मुस्लिम भाई आए हैं फुरकान भाई करने। ਉਹ ਪਿੱਟਣ ਡਿਆ। ਇਹਨੂੰ ਛਿੱਤਰ ਵੱਜੇ ਨੇ ਤੇ ਇਹਨੇ ਤੇ ਚੀਕਣਾ ਹੀ ਸੀ।
ਇਹ ਲਾਂਤੀ ਗਾਲੀਬਾਜ਼ ਵੀ ਹੈ, ਸ਼ਾਤਮ ਵੀ ਹੈ। ਉਹਦੀ ਵੀਡੀਓ ਫਿਰ ਉਹ ਮੈਨੂੰ ਸਮਾਨ ਡਾਲ ਨੇ ਸੈਂਡ ਕਰਤੀ, ਮੈਂ ਉੱਥੇ ਪਲੇ ਕੀਤੀ ਤੇ ਫਿਰ ਵੇਖਿਆ ਉਹ ਟਰੂਥ ਸੀਕਰ ਨੂੰ ਚਿੱਤਰ ਨਾਲ ਹੋ ਜਾਏ। ਆਪ ਨੂੰ ਤਾਂ ਖਾਦੇ ਹੀ ਸੀ, ਉਹਨੂੰ ਵੀ ਨਾਲ ਮਰਵਾਏ ਸੋ। ਗੰਦੇ ਲੋਕ ਨੇ, ਗੰਦੇ। ਮੈਂ ਤੁਹਾਨੂੰ ਰੋਜ਼ ਆਨਾ ਅੱਲਤ ਮਲਕ ਇਹਨਾਂ ਚੋਂ ਸਭ ਤੋਂ ਬਿਹਤਰ ਆਦਮੀ ਹੈ। ਅਗਰਚੇ ਇਖਤਲਾਫ ਜਾਂ ਜੋ ਕੁਝ ਵੀ ਹੈ, ਸਾਰਾ ਕੁਝ ਉਹਦੇ ਨਾਲ ਵੀ ਹੈ, ਲੇਕਿਨ ਇੰਨਾ ਇਨਸਾਫ ਜਾਂ ਇੰਨੀ ਗੱਲ ਇਹਨਾਂ ਚ ਮਜ਼ਈਆਂ ਚ ਕਿਸੇ ਦਾ ਕਿੱਟਾ ਹੀ ਨਹੀਂ ਹੈ ਇੰਨੀ ਗੱਲ ਕਰਨ ਦਾ। ਬੇਈਮਾਨ ਤੇ ਬਦਿਆਨਤ ਤੇ ਝੂਠੇ, ਇੱਕ ਗੱਲ ਤੋਂ ਝੂਠੇ ਹੋਣਗੇ, ਦੂਜੀ ਗੱਲ ਤੋਂ ਜਾ ਕੇ ਖਲੋ ਜਾਣਗੇ, ਦੂਜੀ ਤੋਂ ਝੂਠੇ ਹੋਣਗੇ, ਤੀਜੀ ਦਾ ਤੇ ਜਾ ਕੇ ਖਲੋ ਜਾਣਗੇ ਤੇ ਸ਼ਰਮ ਗਾਲਾਂ ਕੱਢਣਗੇ, ਤੋਹੀਨ ਕਰਨਗੇ, ਸ਼ਾਤਮੀਅਤ ਕਰਨਗੇ। ਗੱਲ ਕਰੋ, ਦਵਾਈ ਖਾ ਲਓ। Troppo caldo, troppo. ਕੀ ਪਿਆ ਉੱਥੇ ਜਾ ਕੇ? ਆਦਾ ਕੀ ਪਿਆ? ਰੋਂਦਾ ਕੀ ਪਿਆ? ਪੂਰੀ ਗੱਲ ਮੈਨੂੰ ਸਮਝ ਨਹੀਂ ਆਈ। ਜ਼ਿਆ ਭਾਈ, ਅਮਰ ਭਾਈ ਕਰਕੇ ਕੀ ਲੱਗਿਆ ਇਸ ਕਹਿਣ? ਉਹ ਦੁਬਾਰਾ ਪਲੇ ਕਰ ਦੋ ਜ਼ੈਦ ਭਾਈ। ਕਿਹਦੀ ਗੱਲ ਕਰ ਰਹੇ ਹੋ? ਮੈਂ ਕਿਹਾ ਉੱਥੇ ਜਾ ਕੇ ਰੋਣ ਲੱਗਾ। ਅੱਛਾ, ਜ਼ਿਆ ਭਾਈ ਨੇ ਤੇ ਅੱਜ ਟੀਕਾ ਲਾ ਲਿਆ ਨਾ ਇਹਨੂੰ, ਮੀਰ ਨੂੰ। ਕਿਹੜੇ ਮੌਜੂਦ ਤੇ ਗੱਲ ਹੁੰਦੀ ਰਹੀ? ਮਿਰਜ਼ੇ ਦਾ ਹਵਾਲਾ ਹੀ ਲਾਇਆ ਸੀ। ਮੈਂ ਕਿਹਾ ਉਹ ਮਿਰਜ਼ਾ ਤੇ ਆਂਦਾ ਸੀ ਕਾਨੂੰਨ ਨੇ ਸਲਾਸਤ ਬਾਅਦ 73 ਫਿਰਕੇ ਹੋ ਗਿਆ ਸੀ, ਤੇ ਇਹ ਹੁਣ ਮਿਰਜ਼ਾ ਸਾਹਿਬ ਦਾ ਕੀ ਕਰਨਾ ਹੈ? ਤੇ ਆਂਦਾ ਮੈਂ ਨਹੀਂ ਮੰਨਦਾ, ਹਰ ਕਿਸੇ ਦੀ ਆਪਣੀ ਮਰਜ਼ੀ ਹੈ, ਜੋ ਮਰਜ਼ੀ ਕਰੇ। ਮੇਰੇ ਵਾਲੀ ਵੱਡੀ ਕਰ ਲੋ, ਜ਼ਿਆ ਭਾਈ ਦੀ ਸਕਰੀਨ ਛੋਟੀ ਕਰ। ਇਹ ਆਂਦਾ ਸੀ ਬਈ ਉਹ ਮਿਰਜ਼ਾ ਕਰਨ ਦੀ ਗੱਲ ਨਹੀਂ ਮੰਨਦਾ। ਆਹ ਆਪਣੀ ਆਪਣੀ ਮਰਜ਼ੀ ਹੈ, ਜਿੱਦੀ ਤੁਹਾਡੇ ਉਲਮਾ ਕਰ ਸਕਦੇ ਨੇ ਆਪਣੀ ਤਸ਼ਰੀਹ, ਤੇ ਮਿਰਜ਼ਾ ਸਾਹਿਬ ਵੀ ਕਰ ਸਕਦੇ ਨੇ। ਤੇ ਮੈਂ ਕਿਹਾ ਫਿਰ ਇਹ ਗਲਤ ਹੋਈ ਨਾ, ਤੇ ਤੂੰ ਇਹਨੂੰ ਮੰਨਦਾ, ਸਹੀ ਮੰਨਦਾ ਜਾਂ ਗਲਤ ਮੰਨਦਾ? ਆਂਦਾ ਨਹੀਂ ਮੈਂ ਨਹੀਂ ਮੰਨਦਾ। ਇਹਦਾ ਜਵਾਬ ਨਾ ਹੀ ਮੈਂ ਮਿਰਜ਼ਾ ਸਾਹਿਬ ਦਾ ਜ਼ਿੰਮੇਦਾਰ ਵੀ ਨਹੀਂ ਹੈ। ਤੂੰ ਆਖੇ ਇਮਾਮ ਅਹਿਮਦ ਰਜ਼ਾ ਖਾਨ ਦਾ ਜ਼ਿੰਮੇਦਾਰ ਹੈ? ਮੈਂ ਕਿਹਾ ਨਹੀਂ। ਤੂੰ ਮਿਰਜ਼ਾ ਸਾਹਿਬ ਦਾ ਹੈਗਾ? ਆਂਦਾ ਨਹੀਂ ਮੈਂ ਵੀ ਕੋਈ ਨਹੀਂ ਹੈ। ਯਾਨੀ ਅੱਲਾ ਹਜ਼ਰਤ ਦੇ ਬਰਾਬਰ ਖਿਲਾਤਾ ਤੂੰ ਮਿਰਜ਼ਾ ਸਾਹਿਬ ਨੂੰ। ਹਾਂ, ਸ਼ਕਰ ਨਾ ਖੈਰ। ਮਿਰਜ਼ਾ ਸਾਹਿਬ ਦੇ ਮੂੰਹ ਤੇ ਉਹ ਕਹਿੰਦੇ ਮੈਂ ਨਬੀ ਆ, ਉਹ ਤਾਂ ਨਬੂਵਤ ਦੇ ਦਾਅਵੇ ਕਰਦਾ ਫਿਰਦਾ ਸੀ। ਫਿਰ ਉਹਦੇ ਮੂੰਹ ਦਾ ਵੀ ਤੂੰ ਮੌਲਵੀਆਂ ਦੇ ਬਰਾਬਰ ਹੈ। ਆਮ ਜਿਹੜੇ ਉਲਮਾ ਨੇ ਇਸਲਾਮ ਦੇ, ਉਹਦੇ ਕੱਖ ਵੀ ਨਹੀਂ, ਤੂੰ ਨਬੂਵਤ ਦੇ ਦਾਅਵੇ ਕਰਦਾ ਫਿਰਦਾ। ਐਨੀ ਚੋਲ ਦੇ ਕੁੱਤੇ ਦੀ ਹੋਵੇ ਤੇ ਕੁੱਤਾ ਜੂਹ ਛੱਡ ਜਾਂਦਾ ਹੈ। अस्सलाम वालेकुम अमर सर। सब भाइयों को सलाम। क्या हो रहा है अमर भाई? ਤੁਸੀਂ ਕੀ ਉੱਥੇ ਇੱਕੋ ਦਮ ਕੋਕੋ ਵਾਈਨ ਕਿੱਧਰ ਆ ਗਈ ਵਿੱਚ? ਜਿਹੜੀ ਗੱਲ ਵੀ ਹੁੰਦੀ ਹੈ ਉਹ ਠੀਕ ਨਹੀਂ। ਕੋਕੋ ਵਾਈਨ ਤੇ ਫਿਰ ਭੰਡੀ ਪਾਉਣ ਵਾਲੀ ਗੱਲ ਹੋਈ ਨਾ।
ਨਹੀਂ ਅਮਰ ਲਾਲਾ ਉਹ ਕਹਿੰਦਾ ਸੀ ਮੇਰੇ ਨਾਲ ਮੌਜੂਦ ਡਿਸਕਸ ਕਰ ਲਓ ਲੋਗੇ ਤੇ ਉਹਦੇ ਨਹੀਂ ਉਹ ਬਾਰ-ਬਾਰ ਕਹਿ ਰਹੇ ਸੀ ਮੈਨੂੰ ਮੌਜੂਦ ਡਿਸਾਈਡ ਕਰ ਲਓ ਕੋਕੋ ਵਾਈਨ ਦਾ ਤੇ ਮੈਂ ਕਿ ਕਰ ਹੀ ਉਹ ਲਈਏ ਠੀਕ ਹੈ ਪਰ ਉਹ ਇੰਨਾ ਲਫ਼ਜ਼ ਤੇ ਉਹਦੇ ਹੱਥ ਬਾਂਦਰ ਦੇ ਹੱਥ ਮਾਚਸ ਸੀ ਉਹਨੇ ਤੇ ਉਸ ਵੇਲੇ ਅੱਗ ਲਾਣੀ ਸੀ ਨਾ ਜੰਗਲ ਨੂੰ। ਚਲੋ ਅਸੀਂ ਕਿਹੜਾ ਉਹਨਾਂ ਨਾਲ ਡਿਬੇਟ ਕਰਨੀ ਸੀ ਅਸੀਂ ਸਿਰਫ ਮੌਜੂਦ ਹੀ ਦੱਸਣਾ ਸੀ ਬਾਕੀ ਉਹ ਆਪ ਸਮਝ ਗਿਆ ਸੀ ਜਿਵੇਂ ਪੰਜਾਬੀ ਕਹਿੰਦੇ ਨੇ ਕਹਿੰਦਾ ਨਹੀਂ ਕਿ ਸਮਝ ਤੇ ਗਿਆ ਹੀ ਹੋਏਗਾ ਤੂੰ ਕਰ ਲਾ ਮੌਜੂਦ ਡਿਸਾਈਡ ਸਾਡੇ ਨਾਲ ਮਿਰਜ਼ਾ ਔਰ ਕੋਕੋ ਵਾਈਨ ਕੋਕਾ ਵਾਈਨ ਮੈਂ ਕਿਹਾ ਵੀ ਆ ਮਿਰਜ਼ਾ ਸਾਹਿਬ ਦਾ ਤੇ ਕੋਕੋ ਵਾਈਨ ਦਾ ਇਕੱਠਾ ਨਾਂ ਨਹੀਂ ਸੀ ਲੈਣਾ ਚਾਹੀਦਾ ਤੇ ਤਲਤ ਸਾਹਿਬ ਆਂਦੇ ਨੇ ਇਹ ਵੀ ਤੂੰ ਜ਼ਿਆਦਤੀ ਕਰ ਰਹੇ ਸ਼ੁਕਰ ਕਰੋ ਮੈਂ ਰਸੂਲ ਬੇਗਮ ਦਾ ਨਾਮ ਨਹੀਂ ਲੈ ਲਿਆ ਹੈ ਰਸੂਲ ਬੇਗਮ ਦਾ ਅੰਮ੍ਰਿਤਸਰ ਪਤਾ ਨਾ ਤੁਹਾਨੂੰ ਰਸੂਲ ਬੇਗਮ ਕੌਣ ਸੀ ਰਸੂਲ ਬੀਬੀ ਹੈ ਕਿ ਰਸੂਲ ਬੇਗਮ ਹੈ ਜਿਹੜੀ ਇਹਦੇ ਕੋਲ ਉਹ ਹੀ ਰਸੂਲ ਬੀਬੀ ਆਹੋ ਨਾ ਤੁਸੀਂ ਕਿੰਨਾ ਜੋ ਸੀ ਜਿਹੜੀਆਂ ਇਹਦੇ ਕੋਲ ਹੁੰਦੀਆਂ ਸਨ ਮਿਰਜ਼ੇ ਕੋਲ ਕਾਦੀਆਨ ਚ ਨਹੀਂ ਇਹ ਸਪੈਸ਼ਲ ਸੀ ਸਰ ਮੈਂ ਸਾਰੀਆਂ ਦੇ ਵੱਖੋ ਵੱਖ ਪ੍ਰੋਫਾਈਲਾਂ ਤੇ ਬਣਾ ਕੇ ਨਹੀਂ ਰੱਖੀਆਂ ਤੁਸੀਂ ਦੱਸ ਦਿਓ ਕੀ ਇਹਦੇ ਬਾਰੇ ਲਿਖਿਆ ਰਸੂਲ ਬੀਬੀ ਦੇ ਬਾਰੇ ਸਰ ਇਹਦੇ ਬਾਰੇ ਮਿਰਜ਼ਾ ਸਾਹਿਬ ਕਹਿੰਦੇ ਸੀ ਕਿ ਤੂੰ ਰੋਜ਼ ਰਾਤ ਨੂੰ ਜੁਐਲਰੀ ਪਾ ਕੇ ਆਉਣੀ ਹੈ ਇਹ ਵਾਹਦ ਸੀ ਜਿਹੜੀ ਬਾਬੇ ਦੇ ਹਰ ਵਕਤ ਰਾਤ ਨੂੰ ਡਿਊਟੀ ਕਰਦੀ ਸੀ ਬਾਬੇ ਦੇ ਹਰ ਕਫੀਅਤ ਦੇ ਨਾਲ ਵਾਕਿਫ ਸੀ ਈਵਨ ਜਿਸ ਦਿਨ ਕੋਕਾ ਵਾਈਨ ਪੀਤੀ ਬਾਬੇ ਦਾ ਦਿਲ ਕਰ ਰਿਹਾ ਸੀ ਕਿ ਕੱਪੜੇ ਲਾ ਕੇ ਮੈਂ ਬਾਹਰ ਜਾਵਾਂ ਉਸ ਵਕਤ ਵੀ ਨਾਲ ਸੀ ਬਿਲਕੁਲ ਇਹ ਸਟੋਰੀ ਇਹਦੀ ਠੀਕ ਹੈ ਪਰ ਪੋਲਾ ਹੀ ਕੰਮ ਚਲਾਉਣਾ ਚਾਹੀਦਾ ਇੱਕੋ ਦਮ ਕੰਮ ਨਹੀਂ ਚਲਾਉਣਾ ਚਾਹੀਦਾ ਸਭੇ ਇਹ ਅੰਮ੍ਰਿਤਸਰ ਮੈਨੂੰ ਇੱਕ ਗੱਲ ਦੱਸੋ ਸੈਕਸ ਫੈਂਡਰ ਜਿਹੜਾ ਹੁੰਦਾ ਨਾ ਅਮਰੀਕਾ ਦੇ ਵਿੱਚ ਉਹਨੂੰ ਕੋਈ ਪਬਲਿਕ ਪਲੇਸ ਦੀ ਕੋਈ ਜੌਬ ਨਹੀਂ ਮਿਲਦੀ ਠੀਕ ਹੈ ਨਾ ਜਿੱਥੇ ਵੀ ਪਬਲਿਕ ਹੋਏਗੀ ਉਹਨੂੰ ਕਦੀ ਜੌਬ ਨਹੀਂ ਮਿਲ ਸਕਦੀ ਤੇ ਸੌਰੀ ਤੇ ਨਹੀਂ ਕਹਿਣੀ ਚਾਹੀਦੀ ਮਿਰਜ਼ਾ ਸਾਹਿਬ ਦੇ ਬੇਟੇ ਨੇ ਲਿਖਿਆ ਕਿ ਮੇਰਾ ਅੱਬਾ ਕਦੀ ਕਦਾਰ ਕੰਮ ਪਾ ਲੈਂਦਾ ਸੀ ਠੀਕ ਹੈ ਨਾ ਤੇ ਸਰ ਇਹਨੂੰ ਨਬੂਵਤ ਕਿਹੜੇ ਬੰਦੇ ਨੇ ਫੜਾ ਦਿੱਤੀ ਇਹਦੇ ਹੱਥ 'ਚ ਇਹ ਅਸੀਂ ਨਹੀਂ ਕਹਿੰਦੇ ਮਨਸੂਰ ਮੀਆਂ ਸਾਹਿਬ ਦੀ ਉਹਨਾਂ ਦੇ ਬੇਟੇ ਦੀ ਹੈ ਤਹਿਰੀਰ ਆਪਣੇ ਵੱਲੋਂ ਅਸੀਂ ਕੁਝ ਨਹੀਂ ਲਾਉਂਦੇ ਐਵੇਂ ਨਾ ਸਾਡਾ ਕੋਈ ਨਾਂ ਨਾ ਕਵੇ ਕਿ ਵੀ ਦੂਸਰਾ ਅਸੀਂ ਕੁਝ ਆਪਣੇ ਲੋਕ ਪਾਇਆ ਕੰਮ ਉਹ ਤਾਂ ਕਿਸੇ ਨੇ ਖੱਤ ਲਿਖਿਆ ਤੇ ਉਹਨਾਂ ਦੇ ਸਿਰਫ ਨਕਲ ਕੀਤਾ ਨਾ ਕਿ ਬਈ ਮੈਨੂੰ ਖੱਤ ਲਿਖ ਕੇ ਬੰਦੇ ਨੇ ਆਖਿਆ ਕਿ ਕਦੇ ਕਦੇ ਕੰਮ ਪਾ ਲੈਂਦਾ ਸੀ ਤੇ ਮੁੰਡਾ ਜਿਹੜਾ ਰੋਜ਼ ਕੰਮ ਪਾਉਂਦਾ ਹੈ ਉਹੀ ਤਾਂ ਗੱਲ ਕਰਨੀ ਖੱਤ ਕਿਸੇ ਬੰਦੇ ਦਾ ਖੱਤ ਕੋਡ ਕੀਤਾ ਗਿਆ ਤੇ ਬਈ ਉਹਨੇ ਮੁੰਡੇ ਨੇ ਉਹਨੇ ਕਿਉਂ ਲਿਖਿਆ ਅੱਗੇ ਉਹਨੂੰ ਸ਼ਰਮ ਨਹੀਂ ਆਈ ਨਹੀਂ ਉਹ ਖੱਤ ਲਿਖ ਕੇ ਤੇ ਉਹਨੇ ਤੇ ਤਬਦੀਲ ਹੀ ਕਰਨ ਵਾਸਤੇ ਲਿਖਿਆ ਨਾ ਲੇਕਿਨ ਉਹ ਖੱਤ ਵਿੱਚ ਇਹੋ ਜਿਹੀਆਂ ਗੱਲਾਂ ਸਨ ਕਿ ਵਾਕਈ ਉਹਨੂੰ ਜੇ ਅਕਲ ਹੁੰਦੀ ਤਾਂ ਨਾ ਹੀ ਲਿਖਦਾ ਪਰ ਅਕਲੋਂ ਤਾਂ ਪੈਦਲ ਹੁੰਦੇ ਨੇ ਜੇ ਅਕਲ ਹੁੰਦੀ ਤਾਂ ਫਿਰ ਆਪਣੀ ਗੱਲ ਨਾ ਲਿਖਦਾ ਜ਼ੁਬਾਨੀ ਮਫਹੂਮਨ ਕਹਿ ਦਿੰਦਾ ਆਮਿਰ ਸਰ ਦੁਨੀਆ ਦੇ ਕਿਸੇ ਮਜ਼ਹਬ ਲਿਟਰੇਚਰ ਦੇ ਵਿੱਚ ਗਾਲਾਂ ਲਿਖੀਆਂ ਨੇ ਨਹੀਂ ਗਾਲਾਂ ਤੇ ਜਾਇਜ਼ ਹੀ ਫਿਰ ਟੱਟੀ ਦਾ ਸਮਾਨ ਲਿਖਣ ਦੀ ਕੀ ਜ਼ਰੂਰਤ ਸੀ ਗੱਲ ਇਹ ਹੈ ਕਿ ਜਿਹੜੀ ਗੱਲ ਕਿਸੇ ਇੱਕ ਬੰਦੇ ਨੇ ਵੀ ਨਹੀਂ ਸੀ ਸੁਣੀ ਹੱਥ ਫਰਜ਼ ਕਰੋ ਕਿ ਬਰੰਗ ਆ ਵੀ ਗਿਆ ਸੀ ਇਹਨੇ ਕੱਲਿਆਂ ਉਹਨੂੰ ਪੜ੍ਹ ਲਿਆ ਵੀ ਉਹਦੇ 'ਚ ਕੀ ਲਿਖਿਆ ਇਹ ਉਹਨੂੰ ਅੱਛੇ ਤਰੀਕੇ ਨਾਲ ਬਿਆਨ ਕਰ ਸਕਦਾ ਸੀ ਲੇਕਿਨ ਇਹਦੀ ਅਕਲ ਐਸੀ ਖੋਤੇ ਅਕਲ ਦਾ ਸੀ ਇਹਨੇ ਉਹ ਖੱਤ ਅਖਬਾਰ 'ਚ ਛਾਪ ਕੇ ਤੇ ਲੱਖਾਂ ਕਰੋੜਾਂ ਲੋਕਾਂ ਨੂੰ ਉਹ ਖੱਤ ਪੜ੍ਹਾ ਦਿੱਤਾ ਜਿਹੜਾ ਕਿਸੇ ਨੇ ਪੜ੍ਹਨਾ ਸੀ
ਜਿਹੜਾ ਕਿ ਸਿਰਫ ਇਹਨੇ ਪੜਿਆ ਸੀ, ਉਹ ਹੋਰ ਕਿਸੇ ਤੱਕ ਤੇ ਨਹੀਂ ਨਾ ਪਹੁੰਚਿਆ। ਉਹਦੇ ਵਿੱਚ ਲਿਖਿਆ ਹੈ ਕਿ वली अल्लाह भी कभी कभी जना करते हैं और मसीह मौद वली अल्लाह था तो उसने जना कभी कभी किया है, लेकिन बेटा जो है वो रोज ही जना करता है। ਇਹਦੀ ਅਕਲ ਵੇਖੋ ਕਿ ਉਹਨੇ ਇੱਕ ਬੰਦੇ ਨੂੰ ਭੇਜਿਆ ਖਤ ਤੇ ਇਹਨੇ ਅੱਗੋਂ ਲੱਖਾਂ ਨੂੰ ਭੇਜ ਦਿੱਤਾ। ਬਿਲਕੁਲ ਇਹਦਾ ਜਾਇਜ਼ ਸੀ ਤੇ ਉਹਦੀ ਮੰਜੀ ਨਾਲ ਹੀ ਟਪਾ ਦਿੱਤੀ। ਇਹ ਗੱਲ ਤਾਂ ਦੱਸੋ, ਹੈ ਇੱਕ ਫਿਕੀ ਮਸਲਾ ਵੇ ਕਿ ਦੋ ਭੈਣਾਂ ਹੋਣ ਤੇ ਉਹਨਾਂ ਦਾ ਸ਼ਾਦੀ ਪਿਓ ਪੁੱਤਰ ਨਾਲ ਹੋ ਸਕਦੀ ਹੈ? ਵੀ ਇੱਕ ਭੈਣ ਪਿਓ ਦੀ ਨਾਲ ਨਿਕਾਹ ਕਰ ਲਵੇ ਤੇ ਇੱਕ ਉਹਦੇ ਪੁੱਤਰ ਨਾਲ ਹੋ ਸਕਦੀ। ਅੱਛਾ, ਇਹ ਮੇਰੇ ਖਿਆਲ ਹੈ ਮਿਰਜ਼ੇ ਮੈਂ ਗੁਲਾਮ ਦੋ ਦੇਖੀਆਂ ਨੇ ਸ਼ਾਦੀਆਂ, ਇਹ ਦੋ ਜਗ੍ਹਾ ਤੇ ਦੇਖੀਆਂ ਨੇ ਇਸ ਤਰ੍ਹਾਂ ਹੋਈਆਂ। ਨਵਾਬ ਮੁਹੰਮਦ ਖਾਨ ਨਾਲ ਇੰਜ ਕੀਤੀ ਨਾ, ਮਿਰਜ਼ੇ ਨੇ ਨਾ। ਹਾਂ ਇੱਕ ਮਿਰਜ਼ੇ ਨੇ ਆਪਣੇ ਮੁੰਡੇ ਨੂੰ ਤਲਾਕ ਵੀ ਤੇ ਦਵਾਈ ਸੀ। ਤੁਹਾਡੀ ਆਦਤ ਹੈ ਤੁਸੀਂ ਨਵੀਂ ਗੱਲ ਵਿੱਚ ਤੁੰਨ ਦਿੰਦੇ ਹੋ। ਜਿਹੜੀ ਗੱਲ ਤੇ ਕਰਨੇ ਆ ਉਹ ਤੁਹਾਨੂੰ ਸਮਝ ਨਹੀਂ ਆਈ। ਅਸੀਂ ਗੱਲ ਤੇ ਕਰਨੇ ਆ ਕਿ ਮਿਰਜ਼ੇ ਨੇ ਆਪਣੀਆਂ ਦੋ ਕੁੜੀਆਂ ਨਵਾਬ ਮੁਹੰਮਦ ਖਾਨ ਨੂੰ ਤੇ ਉਹਦੇ ਮੁੰਡੇ ਨੂੰ ਪਿਓ ਪੁੱਤਰ ਨੂੰ ਰਿਸ਼ਤਾ ਦਿੱਤਾ, ਇੱਕ ਬਾਪ ਨੂੰ ਤੇ ਇੱਕ ਬੇਟੇ ਨੂੰ। ਇਹ ਗੱਲ ਤੇ ਕਰਨੇ ਆ ਕਿ ਕਿਆ ਇਹ ਇਸ ਤਰ੍ਹਾਂ ਹੋ ਸਕਦਾ ਹੈ? ਹਾਂ, ਸ਼ਰਈ ਤੌਰ ਤੇ ਹੋ ਸਕਦਾ ਹੈ, ਸ਼ਰੀਅਤ ਮਨਾ ਨਹੀਂ ਕਰਦੀ, ਲੇਕਿਨ ਇਹੋ ਜੀ ਮਿਸਾਲ ਕਿਰੇ ਕਿਰੇ ਮਿਲਦੀ। ਜ਼ਾਹਿਰ ਹੈ ਪਿਓ ਵੱਡੀ ਉਮਰ ਦਾ ਹੁੰਦਾ ਹੈ ਤੇ ਪੁੱਤਰ ਛੋਟੀ ਉਮਰ ਦਾ। 20-25 ਸਾਲ ਦਾ ਤਾਂ ਕਮ ਸੇ ਕਮ ਫਰਕ ਹੁੰਦਾ ਹੀ ਹੈ। ਤੇ ਜਿਹੜੀਆਂ ਦੋ ਭੈਣਾਂ ਨੇ ਉਹਨਾਂ ਦੇ ਵਿੱਚ 20-25 ਸਾਲ ਦਾ ਫਰਕ ਤਾਂ ਨਹੀਂ ਹੋ ਸਕਦਾ। ਉਹਨਾਂ ਦੇ ਦਰਮਿਆਨ ਤੇ ਜ਼ਿਆਦਾ ਤੋਂ ਜ਼ਿਆਦਾ 2-4 ਸਾਲ ਦਾ ਉਮਰ ਦਾ ਫਰਕ ਹੋਏਗਾ। ਛੱਡੋ ਜੱਟ ਸਾਹਿਬ ਜ਼ਿਆ ਭਾਈ ਦੀ ਤਾਰੀਫ ਕਰੋ। ਅਮਰ ਭਾਈ ਬੈਠੇ ਅੱਜ ਕਿਹੜੀ ਗੱਲ ਦੀ ਤਰੀਕ ਨੇ ਅੱਜ ਕੀ ਕੀਤਾ ਜ਼ਿਆ ਭਾਈ ਨੇ? ਅੱਜ ਮੈਂ ਉੱਥੇ ਆਪ ਹੀ ਸ਼ਿਕਾਰ ਜਾ ਕੇ ਘੇਰਿਆ ਸੀ ਚੌਂ ਪਾਸੇ। ਅੱਜ ਆਪ ਹੀ ਜਾ ਰਹੇ ਨੇ, ਅੱਜ ਆਵਾਂਗੇ ਭਾਈਆਂ ਦੀ ਤਾਰੀਫ ਬਣਦੀ ਏ। ਅੱਜ ਇਹਨਾਂ ਛੁਰੀ ਫੇਰੀ ਯਾਰ ਪਾਸੇ ਮਦਰੋ ਇੱਥੇ ਵੀ ਫੇਰ ਕਰੇ ਨਾ, ਤੁਸੀਂ ਵੇਖਿਆ ਹੀ ਨਹੀਂ ਹੈ। ਤੇ ਇਹ ਥੱਲੇ ਟਰੁੱਥ ਸੀਕਰ ਨੂੰ ਵੀ ਦੱਸ ਦਿਓ ਕਿ ਜਾ ਕੇ ਪਹਿਲੇ ਆਪਣੇ ਅੱਬਿਆਂ ਨੂੰ ਪੜ੍ਹ ਲਾ। ਮਿਰਜ਼ੇ ਗੁਲਾਮ ਕਾਦੇ ਨੇ ਆਪਣੀਆਂ ਦੋ ਕੁੜੀਆਂ ਮੁਬਾਰਕਾ ਬੇਗਮ ਤੇ ਅਮਤੁਲ ਹਫੀਜ਼ ਬੇਗਮ, ਮੁਬਾਰਕਾ ਪਿਓ ਨੂੰ ਦਿੱਤੀ ਸੀ ਤੇ ਅਮਤੁਲ ਹਫੀਜ਼ ਉਹਦੇ ਮੁੰਡੇ ਨੂੰ ਦਿੱਤੀ ਸੀ। ਇਹ ਅੰਮ੍ਰਿਤਸਰ ਇੱਕ ਹੋਰ ਮੈਨੂੰ ਸਮਝ ਨਹੀਂ ਆਉਂਦੀ। ਇਹ ਆ ਕੇ ਨਾ ਕੁਰਾਨ ਤੇ 5-5 ਘੰਟੇ ਸਾਡੇ ਨਾਲ ਡਿਬੇਟ ਕਰਦੇ ਨੇ। ਅਸੀਂ ਕਰਨੇ ਜਦੋਂ ਅਸੀਂ ਇਹਨਾਂ ਦੀ ਰੂਹਾਨੀ ਖਜ਼ਾਨ ਖੋਲਨੇ ਤੇ ਫਿਰ ਗੰਦੀਆਂ ਗਾਲਾਂ ਕਿਉਂ ਦਿੰਦੇ ਨੇ ਸਾਨੂੰ? ਇਸੇ ਗੱਲੇ ਮੈਂ ਕਹਿਣਾ ਕਿ ਟਿਕਟਾਕ ਕੁਰਾਨ ਨਾਲ ਗੱਲ ਕਰਨ ਵਾਲਾ ਮਾਹੌਲ ਨਹੀਂ। ਅਗਰ ਬਿਲ ਮੁਸ਼ਾਫਾ ਜਿਸ ਤਰ੍ਹਾਂ ਸ਼ੇਖ ਇਸਰਾਰ ਹਾਫਿਜ਼ਹੁੱਲਾ ਨੇ ਜਾ ਕੇ ਆਮਣੇ ਸਾਹਮਣੇ ਬਹਿ ਕੇ ਕੀਤੀ ਹੈ ਨਾ, ਅਗਰ ਇਹੋ ਜਿਹਾ ਮਾਹੌਲ ਹੋਵੇ ਤੇ ਕੁਰਾਨ ਦੀ ਰੂਹ ਨਾਲ ਵੀ ਇੱਕ ਕਜ਼ਾਬ ਤੇ ਦਜਾਲ ਮਿਰਜ਼ਾ ਤੇ ਮਿਰਜ਼ਾਈ ਝੂਠੇ ਨੇ। ਕੁਰਾਨ ਦੀ ਰੂਹ ਨਾਲ ਉਹਨਾਂ ਸਾਬਤ ਕਰ ਦਿੱਤਾ ਨਾ ਝੂਠੇ। ਹਯਾਤ ਮਸੀਹ ਉਹਨਾਂ ਕੁਰਾਨ ਦੀ ਰੂਹ ਨਾਲ ਵੀ ਸਾਬਤ ਕਰ। ਲੇਕਿਨ ਟਿਕਟਾਕ ਦੇ ਉੱਤੇ ਮਾਹੌਲ ਨਹੀਂ ਹੁੰਦਾ। ਟਿਕਟਾਕ ਦਾ ਹੁੰਦਾ ਹੈ ਮੈਂ ਮਾਈਕ ਫੜਿਆ, ਤੁਸੀਂ ਮੇਰੇ ਕੋਲ ਖੋਹ ਲਿਆ, ਮੈਂ ਤੁਹਾਡੇ ਕੋਲ ਖੋਹ ਲਿਆ। ਇੱਕ ਆਇਤ ਪੜ੍ਹੀ ਉਹ ਵੀ ਅੱਧੀ ਪੜ੍ਹੀ ਹੈ, ਵਿੱਚ ਹੀ ਬੋਲਣ ਲੱਗੇ ਆ, ਧੋਈ ਨਾ ਹੋਣ ਲੱਗੀ ਹੁੰਦੀ ਕੁਰਾਨ। ਮੈਨੂੰ ਸ਼ਾਹਰੀ ਪਰਸੇ ਚੋਂ ਕਹਿੰਦੇ ਨੇ ਪਰ ਤੂੰ ਤੇ ਮੰਨਦਾ ਹੀ ਨਹੀਂ ਸਾਂ ਬਈ ਕੁਰਾਨ ਤੇ ਵੀ ਗੱਲ ਕੀਤੀ ਜਾ ਸਕਦੀ ਤੇ ਹੁਣ ਤੋਂ ਬੜੀਆਂ ਤਾਰੀਫਾਂ ਕਰਨਾ। ਮੈਂ ਕਿਹਾ ਸ਼ਾਹ ਸਾਹਿਬ ਮੈਂ ਇਹ ਕਹਿਣਾ ਕਿ ਜਿਹੜਾ ਟਿਕਟਾਕ ਦੇ ਉੱਤੇ ਗੰਦ ਹੈ ਨਾ, ਇਹ ਜਿਸ ਤਰ੍ਹਾਂ ਉਹ ਸਾਡੇ ਉਸਤਾਦ ਸਨ, ਉਹ ਕਹਿੰਦੇ ਸਨ ਵੀ ਪਾਕ ਚੀਜ਼ ਪਾਕ ਬਰਤਨ 'ਚ ਪਾਈ ਦੀ, ਪਾਕ ਚੀਜ਼ ਪਲੀਤ ਬਰਤਨ 'ਚ ਨਹੀਂ ਪਾਈ ਜਾ ਸਕਦੀ। ਕੁੱਤੇ ਵਾਲੇ ਭਾਂਡੇ 'ਚ ਦੁੱਧ ਤੇ ਨਹੀਂ ਨਾ ਆਪਣਾ ਪੀਣ ਵਾਲਾ ਪਾਈਦਾ। ਉਹ ਤੁਹਾਡੇ ਵਾਸਤੇ ਪਾਕ ਦੁੱਧ ਹੈ, ਉਹਨੂੰ ਪਲੀਤ ਬਰਤਨ ਤੇ ਉਹਦਾ ਬਰਤਨ ਵੀ ਪਾਕ ਹੋਣਾ ਚਾਹੀਦਾ ਜੇ ਤੁਸੀਂ ਪੀਣਾ ਹੈ। ਇਹ ਟਿਕਟਾਕ ਜਿਹੜਾ ਇੱਕ ਗੰਦਾ ਐਪਲੀਕੇਸ਼ਨ ਹੈ। ਇਹਦੇ ਉੱਤੇ ਸਾਰਾ ਦਿਨ ਮਾਵਾਂ ਭੈਣਾਂ ਦੀਆਂ ਗਾਲਾਂ ਚੱਲਦੀਆਂ ਨੇ। ਇਹ ਰਾਤੀ ਮੈਨੂੰ ਰਾਜਾ ਸਾਹਿਬ ਨੇ ਵੀਡੀਓ ਟੋਰੀ ਤਾਂ ਅਕਸਰ ਨਾਲ ਫਿਰ ਲਿਖ ਕੇ ਟੋਰਦੇ ਨੇ ਹੈੱਡਫੋਨ ਇਸਤੇਮਾਲ ਕਰ ਲਈ, ਹੈੱਡਫੋਨ ਲਾ ਲਈ ਮਤਲਬ ਕਿ ਬੱਚਿਆਂ ਦੇ ਸਾਹਮਣੇ ਨਾਲ ਗੰਦੀਆਂ ਗਾਲਾਂ ਕੱਢਦੇ ਸਨ। ਉਹ ਨਸਰੁੱਲਾ ਦੀ ਬਰਾੜ ਸੀ ਲੱਗੀ ਤੇ ਤੈਰ ਨੂੰ ਵੀ ਟੰਗਿਆ ਸੀ ਤੇ ਉਹਨੂੰ ਦੂਜੇ ਨੂੰ ਟਵਾਣੇ ਨੂੰ ਵੀ ਟੰਗਿਆ ਸੀ ਤੇ ਬੜੀਆਂ ਗੰਦੀਆਂ ਗਾਲਾਂ ਲਾ ਲਾ ਸਪੀਕਰ ਲਾ ਕੇ ਕੱਢਦੇ ਸੀ ਬਈ। ਇਸ ਗੱਲੇ ਕਰਕੇ ਇਸ ਗੰਦੀ ਜਗ੍ਹਾ ਦੇ ਉੱਤੇ ਕੁਰਾਨ ਦੇ ਨਾਲ ਮੁਨਾਜ਼ਰਾ ਕਰਨਾ, ਕੁਰਾਨ ਦੀਆਂ ਆਇਤਾਂ ਪੜ੍ਹਦੀਆਂ, ਮੈਂ ਤੇ ਇਹਦੇ ਹੈ ਹੀ ਖਿਲਾਫ, ਸਖਤ ਖਿਲਾਫ। ਮੈਂ ਕਦੇ ਵੀ ਟਿਕਟਾਕ ਤੇ ਹਮਾਇਤ ਨਹੀਂ ਕੀਤੀ। ਹਾਂ, ਜਿਸ ਤਰ੍ਹਾਂ ਸ਼ੇਖ ਇਸਰਾਰ ਸਾਹਿਬ ਦਾ ਹੋਇਆ ਬੇਹਤਰੀਨ ਖੂਬਸੂਰਤ ਮਾਹੌਲ, ਸੋਫਿਆਂ ਤੇ ਬਹਿ ਕੇ ਕੁਰਾਨ ਸਾਹਮਣੇ ਹੋਵੇ ਜਾਂ ਜ਼ਬਾਨੀ ਵੀ ਪੜ੍ਹਨਾ ਹੋਵੇ, ਕਮ ਅਜ਼ ਕਮ ਆਰਾਮ ਨਾਲ ਆਪਣੀ ਆਪਣੀ ਤੁਸੀਂ ਉਹਦਾ ਗੱਲ ਪੂਰੀ ਸੁਣੋ। ਉਹ ਤਫਸੀਰ ਬਿਆਨ ਕਰਦੇ ਨੇ, ਫਿਰ ਉਹਦੇ ਮਾਨੀ ਬਿਆਨ ਕਰਦੇ, ਫਿਰ ਤੁਸੀਂ ਜਵਾਬ 'ਚ ਗੱਲ ਕਰ ਲਓ ਤੁਹਾਡੇ ਕੋਲ ਜਿਹੜੀ ਦਲੀਲ ਹੈ ਦੇ ਲਓ। ਤੇ ਟਿਕਟਾਕ ਦੇ ਉੱਤੇ ਸਿਰਫ ਰੂਹਾਨੀ ਖਜ਼ਾਨੇ ਨਾਲ ਗੱਲ ਹੋਣੀ ਚਾਹੀਦੀ। ਟਿਕਟਾਕ ਦੇ ਉੱਤੇ ਸਿਰਫ ਛਤਰੋਲ ਹੋਣੀ ਚਾਹੀਦੀ ਮਿਰਜ਼ਾਈਆਂ ਦੀ,
ਉਹ ਹੁੰਦੀ ਰੂਹਾਨੀ ਹੁਸੈਨ ਤੇ ਰੂਹਾਨੀ ਹੁਸੈਨ ਦਾ ਸਫਾ ਲਾ ਦਿਓ ਤੇ ਮਰਜ਼ਈ ਇੰਜ ਜਿਵੇਂ ਕਾਂ ਨੂੰ ਸ਼ੀਸ਼ੇ ਦਾ ਲਸ਼ਕਾਰਾ ਮਾਰ ਦਿਓ, ਤੜਫਦੇ ਜਿਵੇਂ ਨੇ ਕਾਂ ਉੱਡਦਾ ਜਿਵੇਂ ਕਾਂ ਲਸ਼ਕਾਰੇ ਨੂੰ ਵੇਖ ਕੇ ਉੱਡਦਾ ਇਹਨੂੰ ਦੂਰੋਂ ਹੀ ਵੇਖ ਕੇ ਇੰਜ ਹੀ ਮਰਜ਼ਈ ਰੂਹਾਨੀ ਹੁਸੈਨ ਦਾ ਲਸ਼ਕਾਰਾ ਵੇਖ ਕੇ ਉੱਡਦਾ। ਇਹ ਇੱਕ ਦੂਜੇ ਦੇ ਵਿੱਚ ਅਮਰ ਨਜ਼ੀਰ ਭਾਈ ਯਕੀਨ ਕਰੋ ਇੱਕ ਦੂਜੇ ਦੇ ਵਿੱਚ ਠੋਕਦੇ ਨੇ ਆਪਸ ਵਿੱਚ ਵੱਜੀ ਆਉਂਦੇ ਨੇ ਫਿਰ ਟੱਕਰਾਂ ਮਾਰਦੇ ਨੇ। ਨਹੀਂ ਮੇਰਾ ਤਾਂ ਖਿਆਲ ਹੈ ਅੱਜ ਵੀ ਜਿੰਨਾ ਕੁ ਉੱਥੇ ਕੰਮ ਹੋਇਆ ਨਾ ਇਹਦਾ ਵੀ ਕੋਈ ਧਿਆਨ ਰੱਖਿਓ। ਜ਼ਹਿ ਜਮੀਲ ਦੁਆਲੇ ਸੱਜੇ ਖੱਬੇ ਬਰਾਡਾਂ ਤੇ ਗੈਰ ਸਰਕਾਰੀ ਗੈਰ ਹਤਮੀ ਨਤੀਜਾ ਤੇ ਨਹੀਂ ਕਰਿਆਵਣ ਸ਼ੁਰੂ ਹੋ ਗਿਆ। ਟਕਾਈ ਵਾਲਾ ਹੋਈ ਉਧਰ ਧਿਆਨ ਕਰਿਓ। ਨਜ਼ੀਰ ਜਿੱਤ ਗਿਆ, ਜ਼ਿਆ ਕੋਲ ਤੇ ਇੰਨੀ ਗੱਲ ਕੋਈ ਨਹੀਂ ਹੋਈ, ਪਰ ਅਮਨ ਨਜ਼ੀਰ ਜਿੱਤ ਗਿਆ। ਨਹੀਂ ਜ਼ਿਆ ਭਾਈ ਠੀਕ ਟਾਈਮ ਸਿਰ ਆ ਗਏ ਸੀ ਮਗਰੋਂ, ਲੇਕਿਨ ਇਹ ਕਿ ਉਹ ਬਰਾਡ ਡੇ ਪਈ ਨਾ ਤੇ ਨਾਲੇ ਉਂਝ ਵੀ ਹੁਣ ਬੱਸ ਹੋਈ ਸੀ ਮਰਜ਼ਈਆਂ ਦੀ ਛਿੱਤਰ ਖਾ ਕੇ। ਆ ਟੁਰਤ ਸੀਕਰ ਆਏ ਆ ਤੇ ਗੱਲ ਕਰ ਲਵੇ ਨਾ, ਮੈਂ ਥੱਲੇ ਲੈਣਾ ਤੇ ਚੁੱਕੋ ਨਾ ਇੱਥੇ ਨੇ ਜ਼ਿਆ ਭਾਈ ਇਹਨੇ ਕੋ ਆਵਣਾ ਜੱਟ ਸਾਹਿਬ, ਇਹਨੇ ਕੋਈ ਆਵਣੇ ਦੀ ਕੀ ਜ਼ਰੂਰਤ ਹੈ? ਇਹ ਉੱਥੇ ਲੱਗੇ ਉਹੀ ਹੈ ਨਾ, ਮੈਂ ਪਹਿਲਾਂ ਬੈਠੇ ਨੇ ਕਰ ਲੈਂਦੇ ਨੇ ਗੱਲ, ਥੱਲੇ ਚ ਟੈਪ ਟਿਪ ਲਾਈ ਮੈਂ ਥੱਲੇ ਲੈਣਾ ਤੇ ਚੁੱਕ ਕੇ ਗੱਲ ਕਰ ਲੋ। ਅਮਰ ਭਾਈ ਕਹਿੰਦਾ ਮੌਜੂ ਮੇਰੇ ਨਾਲ ਡਿਸਾਈਡ ਕਰ ਲਓ, ਮੈਂ ਕਿਹਾ ਕਰ ਲੈ। ਹਾਂ ਮੌਜੂ ਹੈ ਮਿਰਜ਼ਾ ਦਾ ਕੋਕੋ ਭਾਈ। ਆ ਜਾ ਆ ਜਾ ਟੁੱਟ ਸਿਕਰ ਇਸ ਮੌਜੂ ਤੇ ਗੱਲ ਕਰੋ, ਮਿਰਜ਼ਾ ਔਰ ਕੋਕੋ ਵਾਈਨ ਆ ਕਰ ਲਵੇ। ਕੋਕਾ ਵਾਈਨ ਦੁਨੀਆ 'ਚ ਕਿੱਥੇ ਬਣਦੀ, ਕਿਵੇਂ ਦੀ ਆਂਦੀ, ਕਿੰਨੇ ਦੀ ਆਂਦੀ, ਕਿਹੜੇ ਪੈਸਿਆਂ ਨਾਲ ਆਈ, ਉਹ ਵੀ ਦੱਸਾਂਗੇ। ਠੀਕ ਹੈ ਨਾ। 21 ਰੁਪਏ ਦੀ ਬੋਤਲ ਆਈ, 7 ਰੁਪਏ ਕਿੱਧਰ ਗਏ। ਮੌਲਵੀ ਦਾ ਤਾਂ ਮਿਰਜ਼ੇ ਦਾ ਤਾਂ ਕ੍ਰੈਡਿਟ ਹੀ ਖਰਾਬ ਸੀ, ਇਹ ਤੇ ਪੈਸੇ 700 ਰੁਪਏ ਚੋਰੀ ਕਰਕੇ ਲੈ ਗਿਆ। कहना है मॉडरेटर बनाओ तो ऊपर आ जाता हूँ, तो बना दो मॉडरेटर। हाँ मॉडरेटर आ जाओ ਬਣਾ ਦਿਓ ਮੈਗੀ ਬਣਾ ਦਿਓ। ਜਗ੍ਹਾ ਮੈਂ ਦੇਣਾ ਵਾ, ਦੇ ਲਵੋ ਤੇ ਆ ਕਿਹਨੂੰ ਬਣਾਣਾ ਹੈ? ਨਹੀਂ ਮੈਂ ਬਣਾ ਦੇਣਾ ਵਾ, ਬਣਾਓ ਜਾਂ ਅਮਰ ਭਾਈ ਹਰੀ ਜਾਨੇ ਤਾਂ ਬਣਾਓ ਸੋ ਮੈਂ ਥੱਲੇ ਜ਼ਿਆ ਭਾਈ ਨਾਲ ਤਾਂ ਬਰਾਬਰ। ਜ਼ਿਆ ਭਾਈ ਵਿਹਲੇ ਹੋ? ਇੱਕ ਮਿੰਟ ਖਲੋ ਜਾ, ਮੈਂ ਉਤਰਨ ਲੱਗਾ ਮੈਂ। ਹਾਂਜੀ ਫਾਰਗ ਹੀ ਹੋ ਨਾ? ਹਾਂਜੀ ਆ ਚਲੋ ਬਣਾਓ ਮੋਡਰੇਟਰ ਟਰੁੱਥ ਸਿਕਰ ਨੂੰ ਤੇ ਟਾਈਮ ਲਾ ਕੇ ਦੋਵਾਂ ਦੀ ਗੱਲ ਕਰਾ। ਕਰੋਸੀ ਕਰ ਕਿੱਥੇ ਗਿਆ ਬਣਾ ਦੇਣ ਉੱਤੇ ਉਹਨੇ ਆਉਣਾ ਕੋ ਤੁਸੀਂ ਮੋਡਰੇਟਰ ਬਣਵਾ। ਉਹ ਬਣਾ ਦੇ, ਕਿਹੜਾ ਕੋਈ 2 ਮਿੰਟਾਂ ਚੋਂ ਲਗਾ ਬੰਬ ਚਲਾ ਦੇਣ ਲੱਗਾ ਮੋਡਰੇਟਰ ਬਣ ਜਾਏਗਾ ਤੇ ਨਹੀਂ ਬਣਾ ਦੇਣਾ ਉੱਤੇ ਮੈਂ ਹੈ ਕੋ ਨਹੀਂ ਨਾ ਉਹਨੇ ਫਿਰ ਵੀ ਆਇਆ ਟਰੁੱਥ ਸਿਕਰ ਤੁਹਾਨੂੰ ਮੋਡਰੇਟਰ ਬਣਾਦਾ ਮੈਂ ਤੇ आया होते। मैदान में निकलना महंतों का काम नहीं वो कहन जो लगे मैंने मॉडरेटर बनाना आ जाना तो बना दे बनाया वे वो तो थले ला दे भावें ते ला दे तां कि मैं केड़ा उत्ते फ्लैशन को पड़ी गल ते की बंदे ना करनी सी ज़रा भाई ना करदे नहीं जी हुन किधर गया जब मॉडरेटर बनाया हुन आंदा ही नहीं ਬਹਾਨੇ ਮਾਰਦਾ ਜਿਨ੍ਹਾਂ ਦੀ ਕਰਾਮਰ ਨਜ਼ੀਰ ਤੇ ਹਜ਼ਿਆ ਭਾਈ ਇੱਥੇ ਨੇ ਕਦੀ ਵੀ ਨਹੀਂ ਆਉਂਦਾ ਜੋ ਮਰਦੀ ਹੈ ਬਣਾ ਦਿਓ ਉਹਨੂੰ ਆ ਗਿਆ ਅੱਛਾ ਤੁਸੀਂ ਕਿ ਮੋਡਰੇਟਰ ਬਣ ਗਏ ਵੇਖ ਲੈ ਚੈੱਕ ਕਰ ਲੈ ਪਹਿਲਾਂ ਤੁਸੀਂ ਕਰ ਮੋਡਰੇਟਰ ਬਣ ਗਏ ਹਾਂਜੀ ਚਲੋ ਉੱਥੋਂ ਹੀ ਗੱਲ ਸ਼ੁਰੂ ਕਰ ਜ਼ਿਆ ਭਾਈ ਨਾਲ ਜਿੱਥੋਂ ਗੱਲ ਉੱਥੇ ਉਹ ਬਰਾੜ ਮੁਸਲਮਾਨ ਨਹੀਂ ਮੈਂ ਇਹੀ ਦੱਸਿਆ ਜਿਹੜੀ ਗੱਲ ਹੋਏਗੀ ਨਾ ਉਹਦੇ ਵਿੱਚ ਇੱਕ ਗੱਲ ਦੂਜੀ ਵਾਰੀ ਰਿਪੀਟ ਹੋਈ ਤੇ ਫਿਰ ਮੈਂ ਉਹਨੂੰ ਥੱਲੇ ਲਾ ਦੇਣਾ ਅਗਰ ਕੋਈ ਹਾਸ਼ਿਆ ਦਾ ਹੀ ਕੀਤੀ ਤੇ ਮੈਂ ਥੱਲੇ ਲਾ ਦੇਣਾ ਅਗਰ ਜੇ ਤੂੰ ਮੇਰੀ ਗੱਲ ਸੁਣੋ ਤੁਹਾਡੀ ਕਾਰਗਰਦਗੀ ਮੇਰੀ ਗੱਲ ਸੁਣੋ ਆਮਨ ਸਾਹਿਬ ਤੁਸੀਂ ਉੱਥੇ ਆਏ ਹੋ ਹੁਣ ਤੁਸੀਂ ਕੀ ਕਾਰਗਰਦਗੀ ਦਿਖਾਈ ਮੈਨੂੰ ਦੱਸੋ ਕੀ ਤੁਸੀਂ ਇੱਥੇ ਤੁਸੀਂ ਬੰਬ ਚਲਾਇਆ ਇੱਕ ਵੀ ਜਿਹੜੀ ਗੱਲ ਤੁਸੀਂ ਕਰਕੇ ਆਏ ਹੋ ਮੋਬਾਈਲੇ ਤੇ ਵੀ ਫੜੇ ਗਏ ਤੁਸੀਂ ਮੋਬਾਈਲੇ ਤੇ ਵੀ ਫੜੇ ਗਏ ਤੁਸੀਂ ਸ਼ਰਮਿੰਦਗੀ ਵਿੱਚ ਚੀਕਾਂ ਮਾਰੀ ਜਾ ਰਹੇ ਹੋ ਮੈਂ ਕਿਹਾ ਇਹਦਾ ਨਤੀਜਾ ਦੂਜੀਆਂ ਬਰਾਡਾਂ ਤੋਂ ਆਵੇਗਾ ਨਾ ਉਹ ਇੰਤਜ਼ਾਰ ਕਰ ਲੈ ਉਹ ਤੇ ਗਾਲਾਂ ਕੱਢਣ ਦਾ ਹੈ ਜੇ ਗਾਲਾਂ ਕੱਢੋਗੇ ਤਾਂ ਅੱਗੋਂ ਜਵਾਬ ਆਏਗਾ ਨਾ ਗਾਲਾਂ ਕੱਢੀਆਂ ਨੇ ਕੋਈ ਲੇਕਿਨ ਤੁਸੀਂ ਤੁਹਾਡਾ ਅੱਜ ਕੰਮ ਚੱਲ ਨਹੀਂ ਸਕਿਆ ਵੈਸੇ ਕਿੰਨੇ ਗਾਲ ਕੱਢੀ ਉੱਥੇ ਕਿਸੇ ਗਾਲ ਕੱਢੀ ਨਹੀਂ ਹੈ ਜੋ ਤੁਸੀਂ ਗਾਲਾਂ ਕੱਢੀਆਂ ਨੇ ਉਹਦਾ ਜਵਾਬ ਆਏਗਾ ਅਸੀਂ ਗਾਲਾਂ ਕੱਢੀਆਂ ਨੇ ਉੱਥੇ ਮੈਂ ਤੇ ਤੁਹਾਨੂੰ ਉੱਥੇ ਚੈਲੰਜ ਕੀਤਾ ਮੈਂ ਕਿਹਾ ਆਓ ਆ ਜਾਓ ਹਵਾਲਾ ਰੱਖੋ ਸਾਹਮਣੇ ਲੇਕਿਨ ਰਿਪੀਟ ਨਹੀਂ ਕਰਨਾ ਮੈਂ ਕਿਹਾ ਕਿਸੇ ਕੱਢੀਆਂ ਨੇ ਰਿਪੀਟ ਨਹੀਂ ਕਰਨਾ ਤੇ ਨਾਲੇ ਹਾਸ਼ਿਆਰਾਈ ਨਹੀਂ ਕਰਨੀ ਓਏ ਗੱਲ ਰਿਪੀਟ ਕਿਸੇ ਵੇਲੇ ਹੋ ਵੀ ਜਾਂਦੀ ਹੈ ਜਦੋਂ ਗੱਲ ਕਰੀਏ ਨਾ ਗੱਲ ਫਿਰ ਤੁਸੀਂ ਹਵਾਲਾ ਨਹੀਂ ਨਾ ਪੇਸ਼ ਕਰ ਸਕੇ ਸੁਣ ਨਾ
ਜਦੋਂ ਗੱਲ ਕਰੀ ਦੀ ਇਹ ਤੇ ਤੁਹਾਡੀ ਕਾਰਗਰਦਗੀ, ਇਹ ਤੇ ਇੱਥੇ ਬੜੇ ਤੁਸੀਂ ਸਿੱਖਰ ਨੂੰ ਗੱਲ ਕਰਨ ਨਹੀਂ ਦੇ। ਮੈਂ ਥੱਲੇ ਲਿਖ ਦਿੰਦਾ ਕਿ ਅਸਲੀ ਵਾਲਾ ਸ਼ੇਰ ਹੁੰਦੇ ਨੇ ਨਾ, ਕਈ ਲੋਕਾਂ ਦੇ ਦਾਅਵੇ ਹੁੰਦੇ ਨੇ ਕਿ ਨਹੀਂ ਅਸੀਂ ਅਸਲੀ ਵਾਲੇ, ਉਹ ਭਈਆ ਕਬਾਬ ਦਾ ਪਤਾ ਨਾ ਤੁਹਾਨੂੰ, ਮੇਰੀ ਗੱਲ ਸੁਣ, ਅਸਲੀ ਵਾਲੇ ਭਈਆ ਕਬਾਬ, ਮੈਂ ਤੁਹਾਡਾ ਲਿਖਦਾ ਅਸਲੀ ਵਾਲਾ ਸ਼ੇਰ ਆਮਿਰ ਨਜ਼ੀਰ, ਠੀਕ ਹੈ ਸਿੱਖਰ ਮੈਂ ਬਿਜ਼ੀ ਹੋ ਜਾਣਾ, ਗੱਲ ਮੈਨੂੰ ਮੁਕਾ ਲੈਂਦੇ ਤਾਂ ਕਿ ਜ਼ਿਆਦਾ ਭਾਈ ਮੈਂ ਥੋੜਾ ਲਿਖ ਦਿੰਦਾ, ਤੁਸੀਂ ਆਪਣੀ ਜਿਹੜੀ ਤੁਸੀਂ ਧਾੜਾ ਮਾਰ ਰਹੇ ਹੋ ਗੱਲ ਕਰਨੀ ਹੈ ਕਿ ਨਹੀਂ ਕਰਨੀ, ਤੇ ਇਕੱਲੇ ਬੈਠ ਕੇ ਇੰਜੋਏ ਕਰੋ ਤੇ ਕਹਿੰਦੇ ਰਹੋ ਜੋ ਮਰਜ਼ੀ, ਤੇ ਜੇ ਚੇਲੇ ਚਾਟੇ ਬੈਠੇ ਨੇ ਗਾਲਾਂ ਕੱਢਣ ਜੋਗੇ ਤੇ ਗਾਲਾਂ ਤੇ ਫੁੱਲ ਸੁੱਟਣ ਜੋਗੇ, ਪਹਿਲਾਂ ਬਦਤਮੀਜ਼ੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਕੋਈ ਸੀਰੀਅਸ ਨਹੀਂ ਲੈਂਦਾ। ਨਹੀਂ ਚੁੱਪ ਕਰਾ ਲਓ ਤੇ ਮੈਂ ਦੀ ਖਿਦਮਤ ਕਰਕੇ ਆਮਰ ਦੀ ਘਾਲ ਇਨਸਾਨ ਬਣਾ ਤੇ ਰਾਜ ਜੋ ਗੱਲ ਕਰੇਗਾ ਥੱਲੇ ਜਾਏਗਾ, ਧਿਆਨ ਰੱਖੀ। ਤੇਰੀ ਤੇ ਜ਼ਿਆ ਭਾਈ ਦੀ ਗੱਲ ਕਰਾਨੇ ਆ, ਜ਼ਿਆ ਭਾਈ ਨਾਲ ਗੱਲ ਨਹੀਂ ਗੱਲ ਕਿਸ ਗੱਲ ਤੇ? ਉਹੀ ਗੱਲ ਜਿਹੜੀ ਮੋਬਾਈਲ ਵਾਲੀ ਵੀ ਹੁੰਦੀ ਸੀ, ਮੋਬਾਈਲ ਦੀ ਗੱਲ। ਮੈਂ ਤੁਹਾਨੂੰ ਕਿਹਾ ਮੋਬਾਈਲ ਦੀ ਗੱਲ ਮੋਬਾਈਲ ਦੇ ਨਤੀਜੇ ਚ ਕਰੋਗੇ ਤੇ ਮੈਂ ਨਾਲ ਹੀ ਥੱਲੇ ਹੋ ਜਾਓਗੇ, ਕਿਉਂਕਿ ਉਹਦੀ ਗੱਲ ਹੋ ਗਈ ਹੈ, ਰਿਪੀਟ ਨਹੀਂ ਕਰਨਾ, ਤੁਹਾਨੂੰ ਪਹਿਲੀ ਮੈਂ ਕਿਹਾ। ਤੂੰ ਮੰਨ ਗਿਆ ਕਿ ਮਿਰਜ਼ਾ ਤਾਰ ਦੀ ਮੌਤ ਮੋਬਾਈਲ ਚ ਹੋਈ ਹੈ, ਮੋਬਾਈਲ ਦੇ ਤੁਸੀਂ ਫੜੇ ਗਏ ਹੋ ਤੇ ਤੁਸੀਂ ਉਹਨੂੰ ਸ਼ਰਮਿੰਦਗੀ ਛੁਪਾਉਣ ਵਾਸਤੇ ਇੱਧਰ ਉੱਧਰ ਭੱਜਣ ਦੀ ਕੋਸ਼ਿਸ਼ ਕਰ ਰਹੇ ਹੋ, ਉੱਥੇ ਫੜੇ ਗਏ ਹੋ। ਕਾਰਗਰਦਗੀ ਤੁਹਾਡੀ ਸਿਫਰ ਰਹੀ ਹੈ, ਹੋਰ ਤੁਸੀਂ ਕੋਈ ਚੀਜ਼ ਸਾਹਮਣੇ ਲੈ ਕੇ ਨਹੀਂ ਆ ਸਕੇ। ਯਾਰ ਗੱਲ ਸੁਣ, ਹੁਣ ਗੱਲ ਦਾ ਫੈਸਲਾ ਤੇ ਹੁੰਦੇ, ਕਿਆ ਤੂੰ ਮੰਨ ਗਿਆ ਕਿ ਮੋਬਾਈਲ ਦੇ ਨਤੀਜੇ ਮਿਰਜ਼ਾ ਤਾਹਿਰ ਮਰਿਆ? ਚਲੋ ਜੀ, ਮੈਂ ਜ਼ਿਆਦਾ ਚਾਹੁੰਦਾ ਤੁਸੀਂ ਹੁਣ ਬਦਤਮੀਜ਼ੀ ਤੇ ਆ ਗਏ ਹੋ, ਕਿਉਂਕਿ ਤੁਸੀਂ ਸ਼ਿਕਸਤ ਖਾਨ ਦੇ ਬਾਅਦ ਇਸੇ ਤਰ੍ਹਾਂ ਤੁਸੀਂ ਬਦਤਮੀਜ਼ੀ ਕਰਨੀ ਹੈ, ਗਾਲਾਂ ਕੱਢਣੀਆਂ ਤੇ ਇਕੱਲੇ ਬਦਤਮੀਜ਼ੀ ਨਹੀਂ ਹੈ, ਧਾੜਾ ਮਾਰੋ, ਬਦਤਮੀਜ਼ੀ ਨਹੀਂ ਹੈ, ਜਿੱਤ ਗਏ। ਕਿਹੋ ਜਿਹੇ ਲੋਕ ਹੋ ਯਾਰ ਤੁਸੀਂ, ਕਿਹੋ ਜਿਹੇ ਲੋਕ, ਖੁਦਾ ਦੀ ਕਸਮੇ, ਤੁਹਾਨੂੰ ਕੌਣ ਸੀਰੀਅਸ ਲੈਂਦਾ ਵੈਸੇ? ਉੱਥੇ ਜਿਹੜਾ ਮੋਬਾਈਲ ਆ ਲਿਆ ਸਤਾਰ ਸਾਹਿਬ ਦਾ ਵਾਲੇ ਆਵਾਰਾ ਜੇ ਲੋਕ ਉਹੀ ਤੁਹਾਨੂੰ ਸੀਰੀਅਸ ਲੈਣਗੇ। ਅੱਛਾ ਗੱਲ ਕਰਨ ਦੇਗਾ ਕਿ ਨਹੀਂ? ਬਦਤਮੀਜ਼ੀ ਨਾਲ ਨਾ ਲਿਆ, ਮੈਂ ਨਹੀਂ ਗੱਲ ਹੋ ਸਕਦੀ। ਮੈਂ ਕਿਹਾ ਮੈਂ ਨਹੀਂ ਲੈਂਦਾ, ਮੈਂ ਬਦਤਮੀਜ਼ੀ ਨਾਲ ਨਹੀਂ ਲੈਂਦਾ। ਜੇ ਤੂੰ ਬੰਦਿਆਂ ਹਰ ਗੱਲ, ਜੇ ਤੂੰ ਬਦਤਮੀਜ਼ੀ ਕਰੇਗਾ, ਕਾਰਗਰਦਗੀ ਉੱਥੇ ਸਿਫਰ ਹੋਈ। ਲਾਲਾ ਦੌੜ ਗਿਆ, ਹਾਂਜੀ ਆਮਰ ਜੀ ਲਾਲਾ ਦੌੜ ਗਿਆ, ਮੋਡਰੇਟ ਬੰਨਾ ਸੀ, ਮੋਡਰੇਟਸ਼ਿਪ ਖਤਮ ਕਰ ਦਿੰਦੀ ਹੁਣ। ਪਰਾਂ ਚੁੱਕ ਕੇ ਮਾਰਸੂ ਅੰਜੀ ਉਹਦੀ ਜਾਨ ਨਿਕਲਦੀ, ਉਹਨੂੰ ਪਤਾ ਸੀ ਵੀ ਮਾਂਡਾ ਕੱਢ ਛੱਡਣਾ ਨੇ ਫੜ ਕੇ ਹਰ ਸ਼ਾਇਦ ਨਹੀਂ। ਉਹ 2 ਵਾਰੀ ਉਹਨੇ ਬਦਤਮੀਜ਼ੀ ਕੀਤੀ ਏ ਤੇ ਤੀਜੀ ਵਾਰੀ ਮੈਂ ਜਵਾਬ ਦੇ ਦਿੱਤਾ। ਮੈਨੂੰ ਕਹਿੰਦਾ ਉੱਥੇ ਤੁਸੀਂ ਕੱਖ ਨਹੀਂ ਕਰ ਸਕੇ, ਕਾਰਗਰਦਗੀ ਸਿਫਰ ਹੈਗੀ। ਜੇ ਤੂੰ ਟਾਂਟ ਕਰ ਸਕਣਾ ਤੇ ਮੈਂ ਇੰਨਾ ਨਹੀਂ ਕਹਿ ਸਕਦਾ ਵੀ ਮਿਰਜ਼ਾ ਤਾਹਿਰ ਜਿਹੜਾ ਉਹ ਮੋਬਾਈਲ ਦੇ ਨਤੀਜੇ 'ਚ ਮਰਿਆ। ਇਹ ਕੋਈ ਗੱਲ ਹੈ? ਕਿਆ ਮੋਬਾਈਲ ਹੋਇਆ ਨਹੀਂ? ਕਿਆ ਮੋਬਾਈਲ ਦਾ ਉਹਨੇ ਚੈਲੰਜ ਕਬੂਲ ਕੀਤਾ ਨਹੀਂ? ਉਹਦੇ ਬਾਅਦ ਉਹਨੂੰ ਉੱਥੇ ਹੀ ਫਾਲੇ ਦਾ ਅਟੈਕ ਹੋਇਆ ਨਹੀਂ? ਕਿਆ ਉਹਦੀਆਂ ਕੁੜੀਆਂ ਤਰੇਵੇ ਕੁੜੀਆਂ ਫਰ ਨਹੀਂ ਨਿਕਲੀਆਂ? ਮਿਰਜ਼ਾ ਤਾਹਿਰ ਦਾ ਮੁੰਡਾ ਕੋਈ ਨਹੀਂ ਪਤਾ ਤੁਹਾਨੂੰ ਸਾਰਿਆਂ ਨੂੰ? ਉੱਤਰ ਨਖੱਤਰ ਮਰਿਆ, ਉੱਤਰ ਨਖੱਤਰ। ਉਹ ਮਿਰਜ਼ਾ ਤਾਹਿਰ ਉੱਤਰ ਨਖੱਤਰ ਮਰਿਆ। ਜਿਹਦਾ ਮੁੰਡਾ ਨਾ ਹੋਵੇ ਉਹਨੂੰ ਪਤਾ ਕੀ ਆਖਦੇ ਨੇ? ਮੇਰਾ ਮੁੰਡਾ ਨਹੀਂ ਲੱਭਣ ਡਿਆ। ਅੱਗੇ ਆਇਆ ਸੀ, ਆਦੇ ਨੇ ਮੇਰਾ ਮੁੰਡਾ ਨਹੀਂ ਲੱਭਣ ਡਿਆ। ਉਹ ਉੱਤਰ ਨਖੱਤਰ ਮਰਿਆ। ਇੰਜੀ ਗੱਲ ਏ, ਇਹ ਗੱਲ ਤੇ ਦੱਸੋ। ਇਹ ਜੀ ਮਿਰਜ਼ਾ ਸਾਹਿਬ ਨੂੰ ਖੁਦਾ ਦਾ ਬੇਟਾ ਆਖਦੇ ਨੇ, ਲਾਨਤੁੱਲਾਹ ਅਲਲ ਕਾਜ਼ਿਬੀਨ। ਇਹ ਗੱਲ ਜਦੋਂ ਇਹਨੇ ਕੀਤੀ ਏ ਤੇ ਫਿਰ ਇਹਨੇ ਮਿਰਜ਼ਾ ਸਾਹਿਬ ਤੇ ਲਾਨਤ ਨਹੀਂ ਪਾਈ। ਲਾਨਤ ਕਿਹਦੇ ਤੇ ਗਈ? ਮਿਰਜ਼ਾ ਕਾਦੀਆਨੀ ਤੇ ਗਈ, ਕਿਉਂਕਿ ਮਿਰਜ਼ਾ ਕਾਦੀਆਨੀ ਆਖਿਆ ਮੈਨੂੰ ਖੁਦਾ ਨੇ ਆਖਿਆ ਤੂੰ ਮੇਰੇ ਬੇਟੇ ਦੇ ਦਰਜੇ ਤੇ ਵੇ। ਕਿਉਂਕਿ ਮਿਰਜ਼ਾ ਸਾਹਿਬ ਤਾਂ ਆਪਣੇ ਮੂੰਹ ਦੀ ਗੱਲ ਹੈ ਕਿ ਮੇਰੇ ਇਲਾਮ, ਉਹ ਆਪਣੇ ਇਲਾਮਾਂ ਤੇ ਬਈ ਤੇ ਉਹ ਇਮਾਨ ਲੈ ਕੇ ਆਉਂਦੇ ਸਨ ਜੀ। ਠੀਕ ਹੈ, ਉਹ ਤੇ ਗੱਲ ਤੇ ਇਮਾਨ ਰੱਖਦੇ ਸਨ। ਜਾਂ ਤਾਂ ਫਿਰ ਇਹਨੂੰ ਡਿਨਾਈ ਕਰਨ, ਉੱਪਰ ਆ ਜਾਏ ਨਾ ਲਾਲਾ, ਜਾਂ ਇਹਨੂੰ ਡਿਨਾਈ ਕਰਨ ਜੇ ਮਿਰਜ਼ਾ ਸਾਹਿਬ ਦੇ ਸਲਾਮ ਨੂੰ ਕਿ ਮਿਰਜ਼ਾ ਸਾਹਿਬ ਕੀ ਨਾਂ ਹੈ ਆਪਣਾ, ਇਹ ਜਿਹੜਾ ਅੰਤਮਿਨੀ ਬੇਮੰਜ਼ਲਾ ਦੀ ਵਾਲਾ ਦੀ ਵਾਲਾ ਇਲਾਮ ਹੈ, ਇਹਨੂੰ ਡਿਨਾਈ ਕਰਨ। ਜਾਂ ਜੇ ਅਗਰ ਇਹਦੇ ਤੇ ਇਮਾਨ ਲੈ ਕੇ ਆਉਣਾ ਤੇ ਫਿਰ ਤੇ ਲਾਨਤ ਮਿਰਜ਼ਾ ਸਾਹਿਬ ਤੇ ਜਾਂਦੀ ਹੈ। ਨਜਫ ਭਾਈ ਉਂਝ ਨਾ ਅਲੀ ਮੌਲਾ, ਪਹਿਲੇ ਮੈਂ ਆਖ ਲਾਂ ਤੁਹਾਨੂੰ, ਮੋਮਨ ਭਰਾ ਹੋ, ਵੇਖੋ ਅਸੀਂ ਵੀ ਤੇ ਆਖਨੇ ਆ ਨਾ ਸਿੱਧਾ ਮੋਮਨਾ ਵਾ। ਤੇ ਮੈਂ ਇੱਕ ਵੀਡੀਓ ਚਾੜੀ ਸਵੇਰੇ ਆਮਦੇ ਪਹਿਲਾਂ ਜਿਹੜੀ ਨਾ ਮੈਂ ਅਪਲੋਡ ਤੁਹਾਡੇ ਮੋਮਨਾ ਦੇ ਖਿਲਾਫ ਹੀ ਕੀਤੀ ਹੈ। ਉਹ ਇੱਕ ਮੌਲਵੀ ਹੈ, ਕਹਿੰਦਾ ਮੈਂ ਨਵਾਂ ਸ਼ੀਆ ਹੋਇਆ ਤੇ ਸ਼ੀਆ ਦਾ ਲਫ਼ਜ਼ ਕੁਰਾਨ ਚ ਆਉਂਦਾ। ਉਹ ਵੇਖੋ ਜ਼ਰਾ ਵੀਡੀਓ। ਭਾਈ ਇੱਕ ਛੋਟੀ ਜੀ ਗੁਜ਼ਾਰਿਸ਼ ਹੈ, ਹਿਊਮੈਨਿਟੀ ਤੇਰੇ ਅੱਗੇ ਵੀ ਹੈ, ਠੀਕ ਹੈ,
ਤੇ ਥੋੜਾ ਜਿਹਾ ਨਾ ਮੇਰੇ ਤੇ ਤਰਸ ਖਾ ਮੈਂ ਆਂਟੀ ਨੂੰ ਬੜੀ ਜਾਣ ਬੁੱਝ ਕੇ ਖੁਰਕ ਹੁੰਦੀ ਮੈਂ ਆਂਟੀ ਨੂੰ ਸ਼ਰਾਰਤਾਂ ਕਰਦਾ ਜੀ। ਅੱਛਾ ਵਾਕਈ ਗੁੱਜਰ ਹੈ ਆਮਰ ਭਾਈ ਐਡਾ ਤਰੀਕਾ ਯਾਰ ਗੁਜਰ ਸ਼ੀਆ ਨਹੀਂ ਹੋ ਸਕਦੇ ਤੁਸੀਂ ਕੀ ਵੱਖਰਾ ਠੇਕਾ ਲਿਆ ਵੇ ਕੋਈ ਨਹੀਂ ਮੇਰੀ ਗੱਲ ਸੁਣ ਮੈਂ ਨਹੀਂ ਲਾਲਾ ਗੁਜਰਾਂ 'ਚ ਅਸੀਂ ਬੜੇ ਸੁਣੀ ਸ਼ੀਆ ਸ਼ੀਆ ਦੇ ਚੱਕਰ 'ਚ ਨਹੀਂ ਪੈਂਦੇ ਨਹੀਂ 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 ਸਾਡੇ ਨਹੀਂ ਗੁਜਰਾਂ 'ਚ ਬੜੇ ਸ਼ੀਆ ਨੇ। ਐਡਾ ਤਰੀਕਾ ਗੁੱਜਰ ਔਰ ਐਡਾ ਸ਼ੈਤਾਨ ਗੁੱਜਰ ਮੈਂ ਅੱਜ ਤੱਕ ਨਹੀਂ ਵੇਖਿਆ ਯਕੀਨ ਕਰੋ ਇਹ ਨਿਰੀ ਕੇ ਓਏ ਨਾ ਕਿਉਂਕਿ ਮੈਂ ਬੜਾ ਸਵਾਲ ਮਤਲਬ ਕਰਨੇ ਸੀ। ਸਾਡੇ ਹੁਣ ਪਿੰਡ ਦੇ ਵਿੱਚ ਵੀ ਹੈ ਨੇ ਲੇਕਿਨ ਇਹ ਜਿਹੜਾ ਗੁੱਜਰ ਮੈਂ ਅੱਜ ਤੱਕ ਨਹੀਂ ਵੇਖਿਆ ਆਮਿਰ ਬੜੇ ਭਾਈ ਗੁੱਜਰਾਂ ਨਾਲ ਬਾਹਰ ਹੈ ਅਮਰ ਭਾਈ ਇਹਦਾ ਨਾਂ ਹੈ ਅਸਲ ਦੇ ਵਿੱਚ ਅਮਰ ਭਾਈ ਇਹਦਾ ਨਾਂ ਸਹੀ ਹੈ, ਇਹਦਾ ਸਹੀ ਨਾਂ ਹੈ ਅਥਰਾ ਗੁੱਜਰ। ਪਤਾ ਜੇ ਇੱਕ ਫਿਲਮ ਹੀ ਆਈ ਸੀ ਅਥਰਾ ਗੁੱਜਰ। ਅਮਰ ਭਾਈ ਇਹਦਾ ਸਹੀ ਨਾਂ ਹੈ ਅਤਰਾ ਸ਼ੈਤਾਨ ਗੁੱਜਰ ਅਮਰ ਭਾਈ ਜੀ ਜੀ ਮੈਂ ਪਹਿਲਾਂ ਟੁਰਤ ਸੀਕਰ ਪਿਆਂਦਾ ਸੀ ਤੁਹਾਨੂੰ ਕੋਈ ਸੀਰੀਅਸ ਨਹੀਂ ਲੈਂਦਾ ਤੇ ਕਾਦੀਆਂ ਨਹੀਂ ਕੰਧਾਂ 'ਚ ਕਿਉਂ ਵੱਜਦੇ ਨੇ ਜਦੋਂ ਇਹਨਾਂ ਦੀ ਬਾਤ ਹੋ ਠੀਕ ਠਾਕ ਤੇ ਕਿਤੇ ਬਰਾੜ ਤੇ ਬੈਠੇ ਹੋਣ ਤੇ ਆਂਦਾ ਤੁਹਾਨੂੰ ਇਹ ਸੀਰੀਅਸ ਕੋਈ ਬੰਦਾ ਨਹੀਂ ਲੈਂਦਾ ਮਰੋ ਆਪਸ ਵਿੱਚ ਟੱਕਰਾਂ ਮਾਰ ਮਾਰਦੇ ਹੋ ਇੱਕ ਦੂਜੇ ਨਾਲ ਆਵਾਜ਼ ਸੁਣ ਲਓ ਤੇ ਆਂਦਾ ਇਹ ਸੀਰੀਅਸ ਹੀ ਕੋਈ ਬੰਦਾ ਨਹੀਂ ਲੈਂਦਾ ਸਵਾਲ ਪੂਰੇ ਕਰ ਕਾਦੀਆਨ ਨੂੰ ਡੰਡਾ ਲੈ ਕੇ ਅੱਗੇ ਲਾਏ ਆ ਉਹਨਾਂ ਤੇ ਆਂਦਾ ਇਹ ਤੁਹਾਨੂੰ ਸੀਰੀਅਸ ਹੀ ਕੋਈ ਨਹੀਂ ਲੈਂਦਾ ਕਰੋ ਗੱਲ ਅੱਛਾ ਉਸਤਾਦ ਦੇ ਮੋਹਤਰਮ ਸਾਡੇ ਖਿਲਾਫ ਕਿਹੜੀ ਵੀਡੀਓ ਚਾੜ ਹੜੀ ਜੇ ਥੋੜਾ ਜਿਹਾ ਉਹਦਾ ਦੱਸੋ ਬੁਝੋ ਉਹ ਆਪਕਾ ਪਤਾ ਲੱਗ ਜਾਏਗਾ ਵੀਡੀਓ ਵੇਖ ਲਈ ਆ ਕੈਸਰ ਭਾਈ ਨੂੰ ਗੱਲ ਕਰਨ जिया भाई अस्सलाम वालेकुम। वालेकुम कर भाई क्या जिया भाई ये जो मुश्ताक की जो हदीस है हिंद से ठंडी हवा आती है ये किधर है, इसका स्टेटस क्या है? मैंने काफी रिसर्च की है, मुझे तो मिली नहीं है। ਕਾਦਿਆਨ ਦਾ ਦੁੱਧ ਲੱਭ ਗਿਆ ਜੇ ਨਾ ਛਾਤੀਆਂ 'ਚ अजा मैनिटी तेरा जहर साड़ जे मैनू गलत करा दिता जिया भाई मौजूद नहीं है? इकबाल का शेर है, मेरे अरब को आई थी ठंडी हवा जहां से, मेरा वतन वही है, मेरा वतन वही है। हदीस नहीं है ना आमिर भाई, ये वाली हदीस कोई नहीं है ना? हदीस मैं तुहानू दसना वो लफज होर तरह दे ने, मैं चेक करके दसना की लफज ने हदीस और फिर आपने ਜਿਹੜੇ ਹੈ ਨਾ आबिद साहब टू नहीं ये हदीस कोई नहीं है एक कॉल मौजूद है लेकिन सनद सुनद कोई नहीं है इंजे दा कोई कॉल नहीं अपने आते हैं ना सनद सुनद कोई नहीं है ये सनद एक कॉल हैगा वा जेड़ा नबी पाक सल्लल्लाहु अलैहि वसल्लम तरफ मनसूब है। ट्रू मुस्लिम साहब आते हैं ना, अभी मैंने उनको शेयर किया लाइव। वो जी फुरकान कोई दी कादियानी लेके आओ ना, कोई डिसेंट जिहा कादियानी जे कोई है मार्केट च है तो कोई नहीं वैसे। उस्ताद जी हर वे कादियानी छाड़ दो जरा, कहते मेरी गल सुन लो, बड़ी इंपॉर्टेंट गल है। ट्रू मुस्लिम साहब आते हैं ना, वो सिंह ला के बैठे ने फुरकान दे नाल ना और बम्बास्टिक नाल, तो उन्होंने जरा सी दसिए कि यार ऐसी कोई बात नहीं है। ट्रू मुस्लिम को मैंने शेयर किए, जब वो आए तो उनको ऊपर ले लें। बड़ी अच्छी बात की है उन्होंने, सिर्फ इस हदीस के ऊपर वो थोड़ी जी करनी मारेंगे, वैसे उन्होंने अच्छी बात की है। ਕਰੋ ਨੇ ਸ਼ੇਰ ਸ਼ਹਿਨशाह ਭਾਈ ਆ ਜਾਂਦੇ ਨੇ ਤੇ ਚਲੋ ਮੈਂ ਨੀਚੇ ਉਤਰ ਜਾਂਦਾ ਲੈ ਰਿਹਾ ਜੋ ਉੱਪਰ ਉਹਨੂੰ। हाँ अवल ते इन्हां मरज़ियां कादियानियां नाल हदीस ते गल करनी नहीं चाहिए। इन्हां कोलों ते सीधा सीधा पूछो तू बंदा है कि तू गिद्दड़ है, पहले आया तो दस। ਤੁਸੀਂ ਕਿੰਨੇ ਗਿੱਦੜ ਪੂਰੇ ਕੀਤੇ ਨੇ ਜਗਾ? मेरे यार हो गए ने 52 अलहमदुलिल्लाह। ਮਾਸ਼ਾਅੱਲਾ ਤਦਾਦ ਵਧੀ वधी है जी, 3 बंदे होर ऐड होए ने गिद्दड़ां च। ਜ਼ਰਾ ਮਲਕ ਸਾਹਿਬ ਤੁਹਾਡੀ ਉਹ ਹੋ ਗਈ ਹੈ ਫਿਰ ਸਲਗਿਰਾ 50 ਦੀ? ਜਾਂ ਉਹ ਤੁਸੀਂ ਗਾਇਬ ਕਿੱਥੇ ਹੋ ਜੀ, ਇਤਨੇ ਦਿਨ ਗਾਇਬ ਰਹੇ ਹੋ ਤੁਸੀਂ? ਬਸ ਬਾਈ ਥੋੜਾ ਜਿਹਾ ਮਸਰੂਫ ਰਿਹਾ ਸਾਂ। ਮੈਂ ਆਖਿਆ ਜੀ ਮੁਬਾਰਕ ਹੋਵੇ, ਮੈਂ ਤਾਂ ਸ਼ਾਇਦ 48 ਤੇ ਰੁਕੇ ਨੇ। ਨਹੀਂ ਨਹੀਂ 3 ਹੋਰ ਆਏ ਨੇ ਗਿੱਦੜ ਨਵੇਂ, ਉਹ 50 ਬਹੁਤ ਦੇ ਅੱਛੇ ਗਿੱਦੜ। 50 ਦੇ ਤੁਸੀਂ ਕੇਕ ਕੱਟਣਾ ਸੀ ਨਾ। ਹਾਂਜੀ ਮੈਂ ਕੱਟਿਆ। ਬਹੁਤ ਅੱਛੇ ਗਿੱਦੜ ਨੇ। ਐਟੂ ਜ਼ਿਕਰ ਇਹ ਵੀ ਮੰਨ ਗਿਆ ਮੈਂ ਗਿੱਦੜਾਂ। ਇਹ ਕਹਿੰਦੇ ਮੇਰੇ ਨਾਲ ਹਦੀਸ ਤੇ ਗੱਲ ਕਰੋ, ਮੇਰੇ ਨਾਲ ਕੁਰਾਨ ਤੇ ਗੱਲ ਕਰੋ। ਪਹਿਲੇ ਇਹ ਤਾਂ ਸਾਬਤ ਕਰ ਤੂੰ ਬੰਦਾ ਹੈ ਤੂੰ ਗਿੱਦੜ ਗੱਲਾਂ ਤੇਰੇ ਨਾਲ ਅਸੀਂ ਹਦੀਸ ਦੀਆਂ ਕਰੀਏ ਯਾਰ, ਕਮਾਲ ਬੰਦਾ। ਅੱਜ ਵੈਸੇ ਇਹਨੇ ਬੜਾ
ਯਾਨੀ ਕਿ ਨਾ ਕਿ ਕੋਸ਼ਿਸ਼ ਕੀਤੀ ਹੈ ਕਿ ਅਮਨਜੀਤ ਸਾਹਿਬ ਨਾ ਆਪਣੇ ਟੌਪਿਕ ਤੋਂ ਹਟ ਜਾਣ। ਬੜੀ ਕੋਸ਼ਿਸ਼ ਵਿਚਾਰੇ ਕੀਤੀ ਹੈ, ਲੇਕਿਨ ਅਮਰ ਸਾਹਿਬ ਵੀ ਛੱਡੀ ਕੋ ਨਹੀਂ ਜਾ। ਬੜੀ ਸੋਹਣੀ ਰੌਣਕ ਲਾਈ ਹੈ ਇਹਨੇ ਅੱਜ। ਹਾਂ, ਇਹ ਵੱਡਾ ਪਾਗਲ ਹੈ। ਇਹਨੂੰ ਤਿਤਲੀ ਨੇ ਐਸਾ ਕੋਈ ਚੱਕਰ ਪਾਇਆ ਹੈ, ਤੋਬਾ ਤੋਬਾ। ਟਰੂਥ ਸੀਕਰ, ਤੂੰ ਮਿਰਜ਼ਾ ਤਾਹਿਰ ਸਾਹਿਬ ਦੀ ਗੱਲ ਤੇ ਇਮਾਨ ਲੈ ਗਿਆ ਨਾ। ਆਮਿਰ ਭਾਈ ਆ ਗਏ ਤੇ ਮੈਂ ਉਹਨਾਂ ਨੂੰ ਇੱਕ ਮਜ਼ੇਦਾਰ ਗੱਲ ਦੱਸਾਂ। ਆਮਿਰ ਭਾਈ ਜੀ ਦੱਸੋ। ਰਾਤ ਨੂੰ ਹੁਸੈਨੀ ਸਾਹਿਬ ਦੀ ਬਰਾਤ ਤੇ ਨਾ ਇੱਕ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਮੈਂ ਨਾ ਇੱਕ ਨੋ ਮੋਬਾਈਲ ਨੂੰ ਮਿਲਿਆ ਅੱਜ ਕੱਲ੍ਹ ਹੀ ਨਾ, ਤੇ ਮੈਂ ਉਸਦੇ ਕੋਲੋਂ ਪੁੱਛਿਆ ਕਿ ਕਿਸ ਤਰ੍ਹਾਂ ਮਤਲਬ ਨੋ ਮੋਬਾਈਲ ਬਣ ਗਏ, ਅਹਿਮਦੀ ਹੋ ਗਏ ਹੈ ਕੀ ਤੂੰ ਮਤਲਬ। ਉਹਨੇ ਕਿਹਾ ਜੀ ਹੋਰ ਤੇ ਕੋਈ ਨਹੀਂ, ਮੈਂ ਪਹਿਲੇ ਕ੍ਰਿਸਚਨ ਸੀ, ਲੇਕਿਨ ਇਹ ਕਿ ਮੈਨੂੰ ਇੱਕ ਲੜਕੀ ਮਿਲੀ ਤੇ ਉਸ ਦੀ ਵਜ੍ਹਾ ਤੋਂ ਮੈਂ ਅਹਿਮਦੀ ਹੋ ਗਿਆ। ਕਹਿੰਦੇ ਮੈਨੂੰ ਬੜੀ ਹੈਰਤ ਹੋਈ ਕਿ ਯਾਰ ਤੂੰ ਕੋਈ ਦਲਾਇਲ ਨਹੀਂ ਦੇਖੇ, ਤੂੰ ਕੋਈ ਤਾਲੀਮ ਨਹੀਂ ਦੇਖੀ, ਤੂੰ ਸਿਰਫ ਕੁੜੀ ਨੂੰ ਦੇਖ ਕੇ ਅਹਿਮਦੀ ਹੋ ਗਿਆ। ਇੰਨੀ ਗੱਲ ਕੀਤੀ ਤੇ ਕੋਈ 6 ਮਰਜ਼ਈ ਬੈਠੇ, ਉਹਨਾਂ ਰੋਲਾ पाता, शोर पा, ओ जी यूं होता है, वो होता है, मुसलमानों में एक एक्स बाजवा है, फलां है, ढींग है, वो एक लड़की है, वो मैं। ਜਵਾਬ ਇਹ ਕਿ ਕੁੜੀ ਦੇ اخلاق ਤੋਂ ਮੁਤਾਸਰ ਹੋ ਗਿਆ ਹੋਣਾ ਨਾ, ਜ਼ਿਆਦਾ اخلاق ਵਾਲੀ ਹੋਣੀ ਨਾ ਕੁੜੀ। ਅਮਰ ਲਾਲਾ इखलाक ਦੇ ਵੀ ਦੋ ਮਤਲਬ ਨੇ। ਅਮਰ ਲਾਲਾ। ਉਸ ਤੋਂ ਬਾਅਦ ਮੈਂ ਕਿਹਾ ਜੀ ਇਹ ਤੇ ਗੱਲ ਬਿਲਕੁਲ ਠੀਕ ਹੈ। ਉਹ ਤੇ ਬਲਕਿ ਉਹ ਇੱਕ ਟਰੂਥ ਸੀਕਰ ਵੀ ਉੱਥੇ ਬੈਠਾ ਸੀ, ਇਹ ਵੀ ਬੜਾ ਰੌਲਾ ਪਾ ਰਿਹਾ ਸੀ। ਮੈਂ ਕਿਹਾ ਉਹ ਤੇ ਇੱਕ ਇਹਨਾਂ ਦੇ ਖਲੀਫਾ ਨੇ ਜਾਂ ਜੋ ਵੀ ਇਹਨਾਂ ਦੀ ਜਮਾਤ ਦੇ ਬੰਦੇ ਨੇ, ਉਹਨਾਂ ਦੀ ਇੰਗਲਿਸ਼ ਵਿੱਚ ਇੱਕ ਤਕਰੀਰ ਵੀ ਮੌਜੂਦ ਹੈ, ਹੂ ਇਜ਼ ਅ ਗਰਲ। ਕੋਈ ਵੀ ਮਰਜ਼ਈ ਹੁੰਦਾ ਤੇ ਮੈਂ ਉਸ ਕੋਲ ਪੁੱਛਣਾ ਹੂ ਇਜ਼ ਅ ਗਰਲ। ਬੜਾ ਜ਼ੋਰ ਮਾਰਿਆ ਹੁਸੈਨੀ ਸਾਹਿਬ ਨੇ ਕਿ ਮੈਨੂੰ ਉਹ ਆਡੀਓ ਚਲਾਉਣ ਦਿਓ, ਪਰ ਮਰਜ਼ਈਆਂ ਨੇ ਚਲਾਉਣ ਨਹੀਂ ਦਿੱਤੀ। ਉਹ ਪਿੱਛੇ ਪੈ ਗਏ ਵਿਚਾਰਿਆਂ ਦੇ। ਓ ਹੋ ਉਹ ਜੋ ਹੀ ਤਕਰੀਰ ਉਹ ਲਗਾਉਣ ਨਾ ਆਡੀਓ, ਨਾਲ ਹੀ ਰੌਲਾ ਪੈ ਗਿਆ, ਬੰਦ ਕਰੋ ਜੀ, ਬੰਦ ਕਰੋ ਜੀ, ਬੰਦ ਕਰੋ ਜੀ, ਬੰਦ ਕਰੋ। ਮੈਂ ਵੀਡੀਓ ਥੋੜੀ ਜਿਹੀ ਬਣਾਈ ਹੈ, ਵਿਚਾਰਿਆਂ ਨੂੰ ਚਲਾਉਣ ਨਹੀਂ ਦਿੱਤੀ। ਮੈਂ ਕਿਹਾ ਦੇਖੋ ਜੀ, ਤੁਸੀਂ 6 ਮਰਜ਼ਈ ਉੱਤੇ ਬਿਠਾਉਂਦੇ ਹੋ, ਇੰਨੀ ਇਹਨਾਂ ਦੀ ਇੱਜ਼ਤ ਕਰਦੇ ਹੋ, ਰਿਸਪੈਕਟ ਦਿੰਦੇ ਹੋ, ਇਹ ਬਾਅਦ ਚ ਤੁਹਾਨੂੰ ਹੀ ਗਾਲਾਂ ਕੱਢ ਰਹੇ ਹੁੰਦੇ ਹੈ ਨਹੀਂ ਇਸ ਕਾਬਲ ਕਿ ਇਹਨਾਂ ਨੂੰ ਬੰਦਾ ਇੱਜ਼ਤ ਦੇ। ਹੁਸੈਨੀ ਸਾਹਿਬ ਬਹੁਤ ਅੱਛੇ ਨੇ, ਲੇਕਿਨ ਥੋੜਾ ਜਿਹਾ ਨਾ ਕੁਝ ਜ਼ਿਆਦਾ ਹੀ ਮਤਲਬ ਉਹ ਬਣਾ ਦਿੰਦੇ ਨੇ ਨਿਜ਼ਾਮ ਉਹਨਾਂ ਵਾਸਤੇ ਖੁੱਲਾ ਹੀ। ਮਤਲਬ ਇੱਕ ਦੋ ਬੰਦਾ ਰੱਖਣ, ਇੱਕ ਦੋ ਇੱਧਰ ਹੋਵੇ, ਚਲੋ ਇੱਕ ਗੁਫ਼ਤਗੂ ਤੇ ਹੋਵੇ ਨਾ। ਅਗਰ ਜੇ ਸ਼ੁਗਲ ਮੇਲਾ ਲਾਣਾ ਤੇ ਫਿਰ ਤੇ ਇੱਕ ਅਲੱਗ ਗੱਲ ਹੈ। ਤੁਸੀਂ ਉਹਨਾਂ ਨੂੰ ਸਮਝ ਨਹੀਂ ਸਕਦੇ। ਨਹੀਂ, ਵਾਕਈ ਨਹੀਂ ਸਮਝ ਸਕਦੇ। ਉਹਨਾਂ ਦੀ ਗੁੱਜੀ ਮਾਰ ਹੈ, ਗੁੱਜੀ, ਸਮਝ ਆਈ? ਇਹਦੇ ਤੇ ਕੋਈ ਸ਼ੱਕ। ਉਹ ਤੁਹਾਨੂੰ ਨਜ਼ਰ ਆਉਂਦੀ ਹੈ ਬੜੀ ਦੇਰ ਤੋਂ ਬਾਅਦ, ਤੇ ਉਹਨਾਂ ਨੇ ਕਿਹਾ ਨਹੀਂ ਵੀ ਸਭ ਬੜੇ ਖਤਰਨਾਕ ਬੰਦੇ ਨੇ, ਠੰਡੇ ਠੰਡੇ ਹੋ ਕੇ ਲੱਗੇ ਰਹਿੰਦੇ ਨੇ। ਉਹਨਾਂ ਨੂੰ ਛੁਰੀ ਖੁੰਡੀ। ਮਲਕ ਸਾਹਿਬ ਇਹ ਜਿਹੜੀ ਹੈ ਨਾ ਹੁਸੈਨੀ ਬਾਈ ਦਾ ਤਰੀਕੇਕਾਰ, ਇਹ ਇਹਨਾਂ ਨੂੰ ਮਤਲਬ ਬਹੁਤ ਅੱਛਾ ਲੱਗਦਾ ਹੈ। ਹਾਲਾਂਕਿ ਅਕਲ ਵੱਲ ਵਾਸਤੇ ਤਾਂ ਨਿਸ਼ਾਨੀ ਬੜੀ ਹੁੰਦੀ ਹੈ, ਨਿਸ਼ਾਨੀ ਹੁੰਦੀ ਹੈ। ਹੁਸੈਨੀ ਸਾਹਿਬ ਜਿਹੜਾ ਉਹ ਹੈ ਮੇਰੇ ਉਸਤਾਦ ਨੇ, ਲੇਕਿਨ ਆਂਦੇ ਆਪਣੇ ਆਪ ਨੂੰ ਹੁਸੈਨੀ ਨੇ, ਲੇਕਿਨ ਹਜ਼ਰਤ ਹੁਸੈਨ अलैहिस्सलाम ਦਾ ਨਾਂ ਲੈਂਦਿਆਂ ਰਜ਼ੀ ਅੱਲਾਹ ਤਾਲਾ ਨਾਮ। ਉਹ ਵਿੱਚ ਨਵਾਂ ਲੁੱਚ ਤੋਲਦਾ ਹੀ घर ਵਿੱਚ ਹੋ ਰਹੇ, ਬਾਕੀ ਅੱਛੇ ਬੰਦੇ ਨੇ ਮੇਰੇ ਉਸਤਾਦ ਨੇ। ਅੱਛਾ ਨਵਾਂ ਲੁੱਚ ਤੋਲਦਾ। ਸ਼ਖਸੀਅਤ ਦੀ ਗੱਲ ਹੋ ਰਹੀ ਹੈ, ਉਹਦੇ ਨਜ਼ਰੀਆਤ ਹੀ ਨਹੀਂ ਹੋ ਰਹੀ। ਮਲਕ ਸਾਹਿਬ am I right? ਬਿਲਕੁਲ। ਜਿਤਨਾ ਕੰਮ ਉਹਨਾਂ ਨੇ ਕੀਤਾ ਹੈ ਨਾ, ਆਪਣੇ ਉਹਨਾਂ ਦਾ ਇੱਕ ਅਲੱਗ ਸਟਾਈਲ ਹੈ, ਲੇਕਿਨ ਜਿਤਨਾ ਮਰਜ਼ਈਅਤ ਨੂੰ ਉਹਨਾਂ ਨੇ ਨੰਗਾ ਕੀਤਾ ਹੈ ਨਾ, ਓਹੋ ਕਮਾਲ।
ਅਰੇ ਤੇ ਕੋਈ ਸ਼ੱਕ ਨਹੀਂ। ਪਰ ਮਰਜ਼ਈਆਂ ਨੂੰ ਜਿਹੜੇ ਮਲਕ ਸਾਹਿਬ ਬਾਰੇ ਵੀ ਸੋਟਾ ਫੇਰਦੇ ਨੇ ਨਾ ਆਪਸ ਵਿੱਚ, ਹਾਏ ਹਾਏ ਹਾਏ। ਸ਼ੈਤਾਨਾਂ ਵਿੱਚੋਂ ਮੇਰੇ ਉਸਤਾਦ ਪਾਏ ਗਏ ਨੇ ਹੁਸੈਨੀ ਸਾਹਿਬ। ਔਰ ਬੇਟੇ ਮੋਰੀ यार है की क्या है शैताना में जो उस्ताद पाए ट्रू मुस्लिम ऊपर आओ ना भाई, एक मिनट यार। आपको मैं थले जा रहा, मैं जरा पहुंच गया। नहीं जगह है इत्थे, नहीं ले लो ने उत्ते, मैं जाना मैं पार्क और जगह है भाई, जगह है, एक सीट खाली है। अस्सलाम वालेकुम। वालेकुम सलाम। बड़ी जबरदस्त आपकी यार, मैंने देखी है सुबह डिबेट फुरकान और वो दूसरा बगैरत जेड़ा है बम्बास्टक, अच्छा पीली टैक्सी वाला, वो बार बार कह रहा था सिंध से ठंडी हवा आती है, हालांकि आती तो बदबू ही है, लेकिन हिंद से। तो वो जोन सा है ना, आप ज़िया भाई से पूछें, आमिर नज़ीर साहब से पूछें उस हदीस के बारे में, तो ये आपको बेटर मतलब एक अंडरस्टैंडिंग देंगे, ताकि नेक्स्ट टाइम जो है ना आप उसकी वहीं पे गिची से पकड़े उसे। क्या सवाल क्या था? सवाल क्या था ट्रू इस्लाम साहब? उधर कौन कर रहा था सवाल? हजरत ईसा अलैहिस्सलाम और इमाम महदी की बात हो रही थी। मैं उनके कह रहा था कि आप ना कुरानी आयात और हदीस का जो मानी तरोड़ मरोड़ के कर रहे हैं, तो जो दमिश्क में मशरक़ की तरफ से आएंगे वो मशरक़, तो आप मशरक़ ले रहे हैं इधर कादियान में। तो मैंने कहा जो दमिश्क से देखें, वहाँ से लेकर हिंद तक कितने मुल्क आते हैं, शहर आते हैं, कस्बे गाँव, तो आप कादियान ही कैसे ले सकते हैं? तो कह रहा है हदीस है ना कि हिंद से ठंडी हवा आएगी, ठंडी हवा आएगी। ये किसने कहा? मैंने कहा और ਜਿਹੜੇ ਵਿੱਚ ਰਸਤੇ ਮਤਲਬ ਦਮਿਸ਼ਕ ਤੋਂ ਲੈ ਕੇ ਹਿੰਦ ਇੱਥੇ ਕਾਦੀਆਨ ਤੱਕ ਵਿੱਚ ਹੋਰ ਵੀ ਤੇ ਆਉਂਦੇ ਨੇ ਨਾ ਸ਼ਹਿਰ ਕਸਬੇ ਮੁਲਕ। ਕਹਿੰਦਾ ਉੱਥੇ ਕਿਸੇ ਨੇ ਦਾਅਵਾ ਤਾਂ ਨਹੀਂ ਕੀਤਾ ਨਾ, ਉਹ ਮਿਸਟਰ ਬੰਬਾਸਟਕ ਹੈ ਜਿਹੜਾ, ਉਹ ਕਹਿ ਰਿਹਾ ਸੀ। ਇੱਕ ਇਹ ਸਵਾਲ ਹੈ, ਤੇ ਦੂਸਰਾ ਇਹ ਕਿ ਉਹਨੇ ਫਿਰ ਫੁਰਕਾਨ ਆ ਗਿਆ, ਉਹਨੇ ਫਿਰ ਉਹੀ ਛੇੜ ਦਿੱਤੀ ਤੁਹਾਡੇ ਵਾਲੀ ਗੱਲ ਕਿ ਤੁਸੀਂ ਕਿਹਾ ਸੀ ਜੀ, ਅਲਾਮਾ ਸਾਹਿਬ ਨੇ ਤੁਹਾਡੇ ਨੇ ਕਿਹਾ ਸੀ ਕਿ ਔਰਤਾਂ ਦੇ ਕੱਪੜੇ ਉਤਾਰਨਾ ਸ਼ਰੀਅਤ ਹੈ। ਇਹ ਕਿੱਥੇ ਲਿਖਿਆ ਹੈ? ਕੁਰਾਨ ਵੀ ਦੱਸੋ ਜਾਂ ਹਦੀਸ ਵੀ ਦੱਸੋ। ਸ਼ਰੀਅਤ ਤੇ ਕੁਰਾਨ ਉਹ ਹਦੀਸ ਹੁੰਦੀ ਹੈ। ਤੇ ਫਿਰ ਮੈਂ ਇਹਨੂੰ ਦੱਸਿਆ ਵੀ ਹੈ ਕਿ ਲਾਸਟ 4-5 ਦਿਨ ਪਹਿਲੇ ਵੀ ਤੁਸੀਂ ਮੇਰੇ ਕੋਲ ਇਹੀ ਸਵਾਲ ਪੁੱਛਿਆ ਸੀ, ਜ਼ਿਆ ਰਸੂਲ ਸਾਹਿਬ ਆਏ ਸਨ ਤੇ ਉਹ ਤੁਹਾਨੂੰ ਤੁਹਾਡੀ ਕਿਤਾਬ ਖੋਲ ਕੇ ਦੱਸ ਰਹੇ ਸਨ, ਉਹਨਾਂ ਨੇ ਤੁਹਾਡੇ ਇੱਕ ਖਲੀਫਾ ਦੀ ਵੀਡੀਓ ਵੀ ਚਲਾਈ ਸੀ, ਤੇ ਇਹ ਸ਼ਰੀਅਤ ਹੈ। ਤੇ ਸਾਨੂੰ ਅਲਾਮਾ ਸਾਹਿਬ ਦੀ ਗੱਲ ਦੇ ਉੱਤੇ ਇਤਰਾਜ਼ ਹੈ, ਲੇਕਿਨ ਆਪਣੀ ਕਿਤਾਬ ਤੇ ਆਪਣੇ ਜਿਹੜੇ ਖਲੀਫਾ ਨੇ ਉਹਦੇ 'ਤੇ ਇਤਰਾਜ਼ ਕਿਉਂ ਨਹੀਂ? ਇਹ ਗੱਲ ਹੋ ਰਹੀ ਸੀ। ਤਾਂ ਉਹ ਕਹਿੰਦਾ ਨਹੀਂ, ਕਹਿੰਦਾ ਰਵਾਇਤ ਹੈ ਮੈਂ ਮੰਨਦਾ, ਲੇਕਿਨ ਇਹ ਦੱਸੋ ਕਿ ਸ਼ਰੀਅਤ ਕਿਸ ਤਰ੍ਹਾਂ ਹੋਵੇ, ਸ਼ਰੀਅਤ ਵਿੱਚ ਕਿੱਥੇ ਲਿਖਿਆ ਹੈ? ਕੁਰਾਨ ਦੀ ਕੋਈ ਆਇਤ ਦੱਸੋ ਜਿੱਥੇ ਲਿਖਿਆ ਹੋਵੇ ਕਿ ਔਰਤਾਂ ਦੇ ਕੱਪੜੇ ਉਤਾਰਨਾ ਸ਼ਰੀਅਤ ਹੈ, ਤੇ ਜਾਂ ਕੋਈ ਹਦੀਸ ਦੱਸੋ। ਇਹਦੇ 'ਤੇ ਅਟਕੇ ਆ ਸੀ। ਇਹ ਜਿਹੜੀ ਦੂਜੀ ਗੱਲ ਹੈ ਨਾ, ਉਹਨਾਂ ਨੂੰ ਆਖੋ ਵੀ ਤੁਹਾਡੀ ਸ਼ਰੀਅਤ ਆਪਣੀ ਹੈ ਤੇ ਸਾਡੀ ਸ਼ਰੀਅਤ ਆਪਣੀ ਹੈ। ਤੁਹਾਡੀ ਸ਼ਰੀਅਤ ਜਿਹੜਾ ਤਜ਼ਕਰਾ ਦੇ ਵਿੱਚ ਇਲਹਾਮ ਨਾਜ਼ਲ ਹੋਏ ਨੇ ਨਾ, ਮੁਹੰਮਦ ਹੁਸੈਨ ਡਿਪਟੀ ਕਮਿਸ਼ਨਰ ਬਣੇਗਾ, ਜਨਾਲ ਘੋੜੇ ਨੂੰ ਪੱਠੇ ਪਾਏਗਾ, ਤੁਹਾਡੇ ਵਾਸਤੇ ਉਹ ਖੁਦਾ ਦਾ ਕਲਾਮ ਹੈ। ਸਾਡੇ ਵਾਸਤੇ ਨਾ ਸਿਰਫ ਕੁਰਾਨ ਖੁਦਾ ਦਾ ਕਲਾਮ ਹੈ, ਬਲਕਿ ਸਾਹਿਬੇ ਕੁਰਾਨ ਦੀਆਂ ਜਿਹੜੀਆਂ ਗੱਲਾਂ ਨੇ, ਹਦੀਸਾਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹ ਵੀ ਸ਼ਰੀਅਤ ਹੈ। शरीयत सिर्फ कुरान का नाम नहीं है, बल्कि कुरान और हदीस दवा का नाम। अल्लाह के नबी ने फरमाया तरक्तु फीकुम अमरैन लन तज़िल्लू मा तमस्सकतुम बिहिमा, किताबुल्लाह व सुन्नत रसूल। दो चीज़ां मैं तुहाडे को छोड़ के जा रहा, दोवां नूं फड़ी रखो तो कदे गुमराह नहीं होगे। एक अल्लाह की किताब है, एक अल्लाह के रसूल की सुन्नत है। सो उन्होंने कहो कि साडी शरीयत विच ते लिखिया है, क्योंकि हदीसां दी किताब च बुखारी च लिखिया सब तो अल्लाह किताब है। फिर हज़रत अली का कौल है, तो हज़रत अली का कौल साढ़े वास्ते इन्ना अहम है कि अल्लाह के नबी ने फरमाया भी जेड़े जन्नत जाने वाला ग्रोह है, उसकी निशानी है वे माँ अना अलैहि व सहाबी, कि वो मेरे और मेरे सहाबा के तरीक ते होंगे। ते दूसरा हज़रत अली का यह वे कि वो अहले बैत चों ते नबी पाक की दूजी हदीस ये वे कि मैं तुहाडे कोल कुरान, दो भारियां चीज़ां छोड़ के जा रहे हैं, एक अल्लाह का कुरान, एक अहले बैत। मैं आया एक मिनट गल करदा, मैं एक मिनट आ। ਅੱਛਾ, ਇਹੀ ਮੈਂ ਗੱਲਾਂ ਦੱਸ ਰਿਹਾ ਸਾਂ। ਫਿਰ ਉਹਨੇ ਇੱਕ ਹੋਰ ਇਤਰਾਜ਼ ਕੀਤਾ। ਮੈਂ ਉਹਨੂੰ ਦੱਸਿਆ ਕਿ ਹੱਕ ਪਰ ਉਹ ਹੋਣਗੇ, ਜੰਨਤ ਵਿੱਚ ਉਹ ਹੋਣਗੇ ਜਿਹੜੇ ਨਬੀ ਪਾਕ ਨੇ ਫਰਮਾਇਆ ਕਿ ਮੇਰੇ ਔਰ ਮੇਰੇ ਸਾਹਬਾ ਦੇ ਨਕਸ਼ ਕਦਮ 'ਤੇ ਚੱਲਣਗੇ। ਫਿਰ ਉਹਨੇ ਇੱਕ ਸਹੀ ਮੁਸਲਿਮ ਦੀ ਮੈਨੂੰ ਹਦੀਸ ਦੱਸੀ ਹੈ, ਉਹਦੇ 'ਚ ਕਹਿੰਦਾ ਹੈ ਕਿ ਨਬੀ ਪਾਕ ਨੇ ਫਰਮਾਇਆ कि मेरे 12 सहाबा जो हैं
ਉਹ ਮੁਨਾਫਕ ਹੈ। ਫਿਰ ਮੈਂ ਉਹਦੇ ਕੋਲ ਪੁੱਛਿਆ ਕਿ ਮੈਨੂੰ ਇਹ ਹਦੀਸ ਦਾ ਨੰਬਰ ਦੇ। ਕਹਿੰਦਾ ਨੰਬਰ ਨਹੀਂ ਦੇਵਾਂਗਾ, ਪਹਿਲੇ ਅਲਾਮਾ ਸਾਹਿਬ ਕੋਲੋਂ ਇਹ ਗੱਲ ਪੁੱਛ ਕੇ ਉਹੀ ਜਿਹੜੀ ਮੈਂ ਪਹਿਲੇ ਦੱਸ ਚੁੱਕਿਆ। ਅਤੇ ਇਹ ਦੋ ਗੱਲਾਂ ਤੁਸੀਂ ਮੈਨੂੰ ਜਿਹੜਾ ਨਾ ਇਹਨਾਂ ਦੀ ਥੋੜ੍ਹੀ ਵਜ਼ਾਹਤ ਕਰੋ, ਇਹਨਾਂ 'ਤੇ ਰੋਸ਼ਨੀ ਪਾਓ। ਇੱਕ ਤਾਂ ਜਿਹੜੀ ਉਹ ਕਹਿੰਦੇ ਨੇ ਕਿ ਹਿੰਦ 'ਚੋਂ ਠੰਡੀ ਹਵਾ ਆਏਗੀ, ਇਹਦੀ ਕੀ ਡੈਫੀਨੇਸ਼ਨ ਹੈ, ਇਹਦਾ ਕੀ ਮਾਨੀ ਹੈ ਹਲੇ ਮੁਸਲਮਾਨਾਂ ਦੇ ਨਜ਼ਦੀਕ? ਉਹ ਤਾਂ ਇਹਦਾ ਮਤਲਬ ਉਲਟ ਪੁਲਟ ਹੀ ਕੋਈ ਕੱਢ ਰਹੇ ਨੇ ਨਾ। ਉਹ ਤਾਂ ਇਸ ਗੱਲ ਦਾ ਮਤਲਬ ਆਪਣੇ ਮਿਰਜ਼ੇ ਦੇ ਤਰਫ ਲੈ ਕੇ ਜਾ ਰਹੇ ਨੇ ਕਿ ਠੰਡੀ ਹਵਾ ਤੋਂ ਮੁਰਾਦ ਮਿਰਜ਼ਾ ਵੇ। ਲੇਕਿਨ ਹਕੀਕਤ ਵਿੱਚ ਠੰਡੀ ਹਵਾ ਤੋਂ ਮੁਰਾਦ ਕੀ ਹੈ? ਹਦੀਸ ਦੀ ਰੋਸ਼ਨੀ ਵਿੱਚ ਨਬੀ ਪਾਕ ਨੇ ਜਿਹੜੇ ਹਦੀਸ ਸੀ, ਨਬੀ ਪਾਕ ਦੀ ਕੋਈ ਐਸੀ ਹਦੀਸ ਨਹੀਂ ਜਿਹਦੇ 'ਚ ਆਪ ਨੇ ਫਰਮਾਇਆ ਹੋਵੇ ਕਿ ਹਿੰਦ ਦੀ ਤਰਫ ਤੋਂ ਮੈਨੂੰ ਠੰਡੀ ਹਵਾ ਆ ਰਹੀ। ਇਸ ਤਰ੍ਹਾਂ ਦੀ ਕੋਈ ਨਬੀ ਪਾਕ ਦੀ ਹਦੀਸ ਨਹੀਂ ਹੈ। ਪਹਿਲੀ ਗੱਲ ਤੇ ਜ਼ਿਹਨ 'ਚ ਰੱਖਿਓ। ਇਹ ਸਿਰਫ ਇੱਕ ਐਵੇਂ ਕੌਲ ਜਿਹਾ ਵੇ ਹਜ਼ਰਤ ਅਲੀ ਦੇ ਮੱਥੇ ਲਾਇਆ ਹੈ, ਉਹ ਵੀ ਪਤਾ ਨਹੀਂ ਸਹੀ ਹੈ ਜਾਂ ਨਹੀਂ, ਤੇ ਦੂਸਰਾ ਕੋਈ ਕਿਸੇ ਹੋਰ ਦਾ ਕੌਲ ਹੈ, ਲੇਕਿਨ ਨਬੀ ਪਾਕ ਦਾ ਕੌਲ ਨਹੀਂ, ਨਬੀ ਪਾਕ ਦੀ ਹਦੀਸ ਨਹੀਂ। ਲਾਮਾ ਇਕਬਾਲ ਦਾ ਸ਼ੇਰ ਹੈ ਵੇ, मेरे अरब को आई थी ठंडी हवा जहाँ से मेरा वतन वही है, मेरा वतन वही है। ये सिर्फ इकबाल का शेर है वे, लेकिन ना हदीस नबी पाक दी ते ना ही कोई ऐसी सच्ची गल है। यह तो फारक करो इन्हों जो आखे ना कि नबी पाक की हदीस उन्होंने आखो पेश कर, केड़ी हदीस केड़ी किताब च, बुखारी मुस्लिम तिरमिज़ी नसाई अबू दाऊद इब्न माजा करे पेश, उन्होंने तो उत्थे ही दवाई दिओ ना। उसदे बाद रह जाएगी दूजी गल, ਹੁਣ ਦੁਬਾਰਾ ਕਰੋ, ਮੈਂ ਕਿ ਸੁਣ ਨਹੀਂ ਸਕਿਆ, ਥੱਲੇ ਉਤਰ ਗਿਆ ਸੀ। ਦੂਜੀ ਕਿਹੜੀ ਗੱਲ ਪੇ ਪੁੱਛਦੇ ਸੀ? ਦੂਜੀ ਗੱਲ ਉਹ ਜਿਹੜਾ ਤੁਸੀਂ ਇੱਕ ਕਹਿ ਰਹੇ ਸੀ ਨਾ ਕਿ ਜੰਨਤ 'ਚ ਉਹ ਜਾਣਗੇ, ਹੱਕ 'ਤੇ ਉਹ ਹੋਣਗੇ ਤੇ ਜਿਹੜੇ ਨਬੀ ਪਾਕ ਨੇ ਫਰਮਾਇਆ ਮੇਰੇ ਔਰ ਮੇਰੇ ਸਾਹਬਾ ਦੇ ਨਕਸ਼ੇ ਕਦਮ 'ਤੇ ਚੱਲਣਗੇ। ਇਹੀ ਗੱਲ ਮੈਂ ਉਹਨੂੰ ਦੱਸੀ ਹੈ ਫੁਰਕਾਨ ਨੂੰ, ਤਾਂ ਉਹ ਅੱਗੋਂ ਕਹਿੰਦਾ ਕਿ ਕਿਹੜੇ ਸਾਹਬਾ 'ਤੇ? ਇਹਨਾਂ ਦੇ ਸਾਹਬਾ 'ਤੇ ਚੱਲਣਗੇ। ਫਿਰ ਉਹਨੇ ਇੱਕ ਸਹੀ ਮੁਸਲਿਮ ਦੀ ਕਿਤਾਬ ਖੋਲ੍ਹੀ ਹੈ ਅਤੇ ਉਹਦੇ 'ਚ ਇੱਕ ਹਦੀਸ ਪੜ੍ਹ ਰਿਹਾ ਕਿ ਨਬੀ ਪਾਕ ਨੇ ਫਰਮਾਇਆ ਕਿ ਮੇਰੇ ਇਹ ਜਿਹੜੇ 12 ਸਾਹਬਾ ਨੇ ਇਹ ਮੁਨਾਫਿਕ ਨੇ। ਫਿਰ ਕਹਿੰਦਾ ਇਹਨਾਂ ਦੇ ਨਾਮ ਹੀ ਦੱਸਾਂ? ਅਤੇ ਮੈਂ ਕਿਹਾ ਹਦੀਸ ਨੰਬਰ ਦੱਸ ਦੇ ਮੈਨੂੰ ਸਹੀ ਮੁਸਲਿਮ ਦੀ। ਕਹਿੰਦਾ ਨਹੀਂ ਹਦੀਸ ਨਹੀਂ ਦੱਸਾਂਗਾ, ਪਹਿਲੇ ਅਲਾਮਾ ਸਾਹਿਬ ਕੋਲੋਂ ਇਹ ਪੁੱਛ ਕੇ ਆਓ ਕਿ ਇਹ ਸ਼ਰੀਅਤ ਵਿੱਚ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕੱਪੜੇ ਉਤਾਰਨ ਵਾਲੀ, ਬਾਰ ਉਹੀ ਰਿਪੀਟ ਕਰੀ ਜਾ ਰਿਹਾ ਸੀ, ਇਹ ਕਿਹੜੀ ਆਇਤ 'ਚ ਲਿਖਿਆ? ਪਹਿਲੇ ਇਹ ਪੁੱਛ ਕੇ ਆਓ ਅਤੇ ਫਿਰ ਮੈਂ ਹਦੀਸ ਦੱਸਾਂਗਾ ਇਹ 12 ਸਾਹਬਾ ਦੀ। ਇਸ ਤਰ੍ਹਾਂ ਦੀ ਕੋਈ ਹਦੀਸ ਹੈ ਜਾਂ 12 ਸਾਹਬਾ ਦੀ ਜਿਹਦੇ 'ਚ ਨਬੀ ਪਾਕ ਨੇ ਫਰਮਾਇਆ ਹੋਏ ਕਿ ਇਹ ਨੇ? ਹਾਂਜੀ, ਇੱਕ ਰਵਾਇਤ ਤੇ ਆਵੇ ਉਹ, ਹਾਂਜੀ ਇੱਕ ਰਵਾਇਤ ਤੇ ਆਵੇ ਉਹ, ਹਾਂਜੀ ਇੱਕ ਰਵਾਇਤ ਤੇ ਆਵੇ ਉਹ, ਹਾਂਜੀ ਇੱਕ ਰਵਾਇਤ ਤੇ ਆਵੇ। अच्छा भी म्यूट हो गया, कर ਲਾਂ ਗੱਲ मैं? ਕਰ ਲਓ ਕੋਈ ਟਨਕਾ ਦੇ। ਇਹ ਜਿਹੜੀ ਰਵਾਇਤ ਹੈ ਨਾ, ਇਹਦੇ ਚ ਅਲਫਾਜ਼ ਮੌਜੂਦ ਨੇ, ਲੇਕਿਨ ਇਹ ਸਹਾਬਾ ਉਹ ਮੁਰਾਦ ਨਹੀਂ ਹਨ ਜਿਹੜੇ ਨਬੀ ਪਾਕ ਦੇ ਸਹਾਬਾ ਨੇ। ਜਿਸ ਤਰ੍ਹਾਂ ਇੱਕ ਹੋਰ ਰਵਾਇਤ ਦੇ ਮੁਤਾਬਕ ਇਹ ਵੀ ਅਲਫਾਜ਼ ਹੈ ਨੇ ਕਿ ਮੈਂ ਹੌਜ਼ੇ ਕੌਸਰ ਤੇ ਬੈਠਿਆ ਹੋਵਾਂਗਾ ਤੇ ਕੁਝ ਲੋਕ ਮੇਰੇ ਸਾਹਮਣੇ ਲਿਆਂਦੇ ਜਾਣਗੇ ਤੇ ਫਰਿਸ਼ਤੇ ਉਹਨਾਂ ਨੂੰ ਦੋਜ਼ਖ ਦੀ ਤਰਫ ਧਕੇਲ ਰਹੇ ਹੋਣਗੇ ਤੇ ਮੈਂ ਆਖਾਂਗਾ ਕਿ ਇਹ ਤੇ ਮੇਰੇ ਸਹਾਬਾ ਨੇ। ਤੇ ਫਰਿਸ਼ਤੇ ਕਹਿਣਗੇ ਕਿ ਯਾ ਰਸੂਲullah, ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਬਾਅਦ ਇਹਨਾਂ ਨੇ ਦੀਨ ਦੇ ਵਿੱਚ ਕਿਸ ਤਰ੍ਹਾਂ ਤਬਦੀਲੀਆਂ ਪੈਦਾ ਕਰਤੀਆਂ ਸੀ, ਦੀਨ ਨੂੰ ਬਦਲ ਦਿੱਤਾ ਸੀ। ਤੇ ਨਬੀ ਪਾਕ ਫਰਮਾਨਗੇ ਸੁਹਕਨ ਦੂਰ ਕਰੋ ਇਹਨਾਂ ਨੂੰ, ਦੂਰ ਕਰੋ ਮੇਰੇ ਤੋਂ। ਇਸੇ ਤਰ੍ਹਾਂ ਇਹ ਉਹ ਜਿਹੜੇ ਲੋਕ ਨੇ ਉਹ ਸਹਾਬਾ ਨਬੀ ਪਾਕ ਦੇ ਨਹੀਂ ਹਨ, ਬਲਕਿ ਉਹ ਐਸੇ ਲੋਕ ਨੇ ਜਿਹੜੇ ਨਬੀ ਪਾਕ ਦੀ ਸਿਰਫ सोहबत विच रहे ने। यानी लुगवी मैने च एक हुंदा लुगवी मैने साहबे, जिहड़ा बंदा तुहाडे नाल रहा है, साथी है, किते सफ़र इकट्ठियां कीता है या जिंदगी च कदे मुलाकात हुई है। मैं एंटी म्यूट कर ला।
ਉਸਤਾਦ ਮੁਹਤਰਮ ਮਾਜ਼ਰਤ ਜਿਕਣਾ ਪੀਰ ਸਕਾਨੀ ਸਾਹਿਬ ਤੁਹਾਡੇ ਨਾਲ ਰਹੇ ਨੇ ਬਾਬਾ ਫਿਰ ਅੱਛਾ ਮੈਂ ਉਹ ਮਿਊਟ ਕਰ ਲਾ। ਮੈਂ ਕਿਹਾ ਵੀ ਕਈ ਲੋਕ ਸਿਰਫ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਿਲਦੇ ਨੇ ਤੇ ਉਹ ਲੋਕ ਵੀ ਮਹਿਨੇ 'ਚ ਤੁਹਾਡੇ ਸਾਥੀ ਨੇ, ਤੁਹਾਡੇ ਨਾਲ ਰਹੇ ਨੇ, ਸਫ਼ਰ ਕੀਤਾ ਹੈ ਜਾਂ ਖਿਰੇ, ਲੇਕਿਨ ਈਮਾਨ ਉਹਨਾਂ ਨੇ ਕਬੂਲ ਨਹੀਂ ਕੀਤਾ। ਲੁਗਵੀ ਮਹਿਨੇ 'ਚ ਤੇ ਅਬਦੁੱਲਾ ਬਿਨ ਉਬਈ ਵੀ ਨਬੀ ਪਾਕ ਦਾ ਸਾਹਬੀ ਹੈ ਨਾ, ਲੁਗਵੀ ਮਹਿਨੇ 'ਚ, ਲੇਕਿਨ ਇਸਲਾਮੀ ਸ਼ਰੀ ਇਸਤਲਾਹ ਵਿੱਚ ਸਾਹਬੀ ਉਹਨੂੰ ਕਹਿੰਦੇ ਨੇ ਜਿਹੜਾ ਨਬੀ ਪਾਕ ਦੇ ਉੱਤੇ ਈਮਾਨ ਲੈ ਆਵੇ, ਨਬੀ ਪਾਕ ਨੂੰ ਉਹਨੇ ਈਮਾਨ ਦੀ ਹਾਲਤ 'ਚ ਦੇਖਿਆ ਹੋਵੇ ਔਰ ਫਿਰ ਈਮਾਨ ਦੀ ਹਾਲਤ ਵਿੱਚ ਹੀ ਫੌਤ ਹੋਇਆ ਹੋਵੇ। ਕਿਉਂਕਿ ਕਈ ਐਸੇ ਵੀ ਲੋਕ ਸਨ ਜਿਨ੍ਹਾਂ ਨਬੀ ਪਾਕ ਦੀ ਸੋਹਬਤ ਪਾਈ, ਨਬੀ ਪਾਕ ਦੇ ਹੱਥ 'ਤੇ ਬੈਅਤ ਕੀਤੀ, ਮੁਲਾਕਾਤ ਕੀਤੀ, ਇਸਲਾਮ ਕਬੂਲ ਕੀਤਾ, ਨਬੀ ਪਾਕ ਫੌਤ ਹੁੰਦੇ ਗਏ, ਉਹ ਮੁਰਤਾਦੀ ਹੋ ਗਏ, ਉਹਨਾਂ ਇਸਲਾਮ ਹੀ ਛੱਡ ਦਿੱਤਾ। ਕਈਆਂ ਨੇ ਜ਼ਕਾਤ ਦੇਣ ਤੋਂ ਇਨਕਾਰ ਕਰ ਦਿੱਤਾ, ਮਾਨੇ ਨੇ ਜ਼ਕਾਤ ਤੇ ਮੁਰਤਦੀਨ, ਇਹ ਵੱਡੇ ਵੱਡੇ ਕਬੀਲੇ ਹੋ ਗਏ ਸਨ ਨਬੀ ਪਾਕ ਦੇ ਫੌਤ ਹੋਣ ਤੋਂ ਬਾਅਦ। ਤੇ ਕਹਿਣ ਨੂੰ ਤੇ ਉਹ ਸਾਰੇ ਨਬੀ ਪਾਕ ਦੇ ਸਾਹਬੀ ਨੇ ਕਿ ਉਹਨਾਂ ਨੇ ਲੁਗਵੀ ਮਹੀਨਿਆਂ 'ਚ ਨਬੀ ਪਾਕ ਦੀ ਸੋਹਬਤ ਪਾਈ ਹੈ ਤੇ ਸਾਥੀ ਨੇ ਨਬੀ ਪਾਕ ਦੇ, ਲੇਕਿਨ ਨਬੀ ਪਾਕ ਦੇ ਫੌਤ ਹੋਣ ਤੋਂ ਬਾਅਦ ਉਹ ਮੁਰਤਦ ਹੋ ਗਏ, ਦੀਨ ਇਸਲਾਮ ਨੂੰ ਛੋੜ ਗਏ। ਤੇ ਇਹ ਉਹ ਲੋਕ ਨੇ ਜਿਹੜੇ ਮੁਨਾਫਿਕ ਨੇ, ਉਹ ਇਸਲਾਮੀ ਸ਼ਰੀ ਇਸਤਲਾਹ ਦੇ ਮੁਤਾਬਕ ਜਿਹੜੇ ਸੱਚੇ ਸਾਹਬਾ ਨੇ ਉਹਨਾਂ 'ਚੋਂ 12 ਮੁਨਾਫਿਕ ਨਹੀਂ ਹੈ, ਬਲਕਿ ਜਿਹੜੇ ਲੁਗਵੀ ਮਹੀਨਿਆਂ 'ਚ ਅਬਦੁੱਲਾ ਬਿਨ ਉਬਈ ਜੈਸੇ ਸਿਰਫ ਉਹ ਸਫਰ ਅਜਰ ਦੇ ਸਾਥੀ ਸਨ, ਲੇਕਿਨ ਈਮਾਨ ਉਹਨਾਂ ਸਹੀ ਨਹੀਂ ਲਿਆਂਦਾ। ਉਤੋਂ ਇਸਲਾਮ ਦਾ ਦਾਅਵਾ ਕਰਦੇ ਸਨ ਤੇ ਦਿਲੀ ਤੌਰ ਤੇ ਉਹ ਕਾਫਰ ਸਨ, ਬਲਕਿ ਅਸਫਲ ਸਾਫਿਲੀਨ ਉਹਨਾਂ ਦਾ ਕੁਰਾਨ ਨੇ ਬਿਆਨ ਕੀਤੀ ਹੈ ਜਗ੍ਹਾ ਕਿ ਇਹ ਜਹੰਨਮ ਦੇ ਗਹਿਰੇ ਗੜੇ 'ਚ ਹੋਣਗੇ। ਦੂਸਰਾ ਇਹ ਵੀ ਹੈ ਕਿ ਇੱਕ ਹੋਰ ਵੀ ਰਵਾਇਤ ਹੈ ਸਹੀ ਮੁਸਲਮ ਦੀ, ਉਹਦੇ 'ਚ ਅਲਫਾਜ਼ ਨੇ ਫੀ ਉਮਤੀ ਇਸਨਾ ਅਸ਼ਰ ਮੁਨਾਫਿਕਾ, ਮੇਰੀ ਉਮਤ ਵਿੱਚ 12 ਮੁਨਾਫਿਕ ਨੇ। ਇੱਕ ਤੇ ਰਵਾਇਤ ਹੈ ਨਾ ਜਿਹੜੀ ਫੀ ਅਸਹਾਬੀ ਵਾਲੀ ਹੈ, ਫੀ ਅਸਹਾਬੀ ਇਸਨਾ ਅਸ਼ਰ ਮੁਨਾਫਿਕਾ, ਯਾਨੀ ਮੇਰੇ ਸਹਾਬਾ ਵਿੱਚ 12 ਮੁਨਾਫਿਕ ਨੇ। ਲੇਕਿਨ ਦੂਸਰੀ ਰਵਾਇਤ ਵਿੱਚ ਉਮਤ ਦੇ ਅਲਫਾਜ਼ ਨੇ ਫੀ ਉਮਤੀ, ਲਿਹਾਜ਼ਾ ਇਹ ਜਿਹੜੀ ਹੈ ਨਾ ਹਦੀਸ, ਇਹਦੇ ਵਿੱਚ ਕਲਾਮ ਹੈ ਨਬੀ ਪਾਕ ਦੇ ਉਹ ਸਹਾਬਾ ਜਿਨ੍ਹਾਂ ਦੇ ਬਾਰੇ ਆਪ ਨੇ ਫਰਮਾਇਆ ਮਾ ਅਨਾ ਅਲੈਹਿ ਵਾ ਸਹਾਬੀ, ਉਹ ਤਾਂ ਸੱਚੇ ਸਹਾਬਾ ਨੇ ਜਿਨ੍ਹਾਂ ਨੇ ਨਬੀ ਪਾਕ ਤੋਂ ਬਾਅਦ ਨਾ ਇਰਤਦਾਦ ਕੀਤਾ, ਨਾ ਉਹਨਾਂ ਨੇ ਜ਼ਕਾਤ ਦਾ ਇਨਕਾਰ ਕੀਤਾ, ਨਾ ਉਹਨਾਂ ਨੇ ਨਬੀ ਪਾਕ ਦੀ ਜਿਹੜੀ ਹੈ ਉਹ ਤਾਲੀਮ ਨੂੰ ਬਦਲਿਆ ਪਿੱਛੋਂ, ਬਲਕਿ ਉਹ ਨਬੀ ਪਾਕ ਦੇ ਜਾਨਸ਼ੀਨ ਬਣੇ, ਨਬੀ ਪਾਕ ਦੇ ਦੀਨ ਨੂੰ ਲੈ ਕੇ ਅੱਗੇ ਚਲੇ, ਜਿਸ ਤਰ੍ਹਾਂ ਸਈਦਨਾ ਸਿੱਦੀਕ ਅਕਬਰ, ਸਈਦਨਾ ਉਮਰ, ਸਈਦਨਾ ਉਸਮਾਨ, ਸਈਦਨਾ ਅਲੀ, ਅਬਦੁੱਲਾ ਬਿਨ ਅब्बास, ਅਬਦੁੱਲਾ ਬਿਨ ਉਮਰ, ਅਬਦੁੱਲਾ ਬਿਨ ਜ਼ੁਬੈਰ, ਕਈ ਨੇਕ ਸਹਾਬਾ ਨੇ, ਅਬਦੁਰਰਹਿਮਾਨ ਬਿਨ ਔਫ, ਹਮਾਜ਼ ਬਿਨ ਜਬਲ, ਦੂਸਰੇ ਕੀ ਉਹਨਾਂ ਦਾ ਨਾਂ ਸੀ ਸਾਦ ਬਿਨ ਮਾਜ਼, ਤਾਂ ਪਹਿਲੇ ਫੌਤ ਹੋ ਗਏ ਸਨ, ਜਿਹੜੇ ਉਹ ਜਿਨ੍ਹਾਂ ਦੇ ਬਾਰੇ ਆਉਂਦਾ ਨਾ ਤਖਤੁਲ ਫਿਆਤੁਲ ਬਾਗ, ਕੀ ਨਾਂ ਸੀ ਉਹਨਾਂ ਦਾ ਬਲਾਲ ਭਾਈ? ਇਮਾਮ ਹਸਨ ਵੀ ਖਿਲਾਫਤ ਤੇ ਰਹੇ ਨੇ ਮਾਸ਼ਾਅੱਲਾ। हजरत अम्मार बिन यासर ਅਮਾਰ ਬਿਨ ਯਾਸਰ, ਅਮਾਰ ਬਿਨ ਯਾਸਰ ਦਾ ਨਾਮ ਇਸ ਦੇ ਉੱਤੇ। ਸੋ ਇਹ ਸੱਚੇ ਸਾਹਬਾ ਨੇ ਨਬੀ ਪਾਕ ਦੇ। ਇਹਨਾਂ ਦੇ ਮੁਤਲਕ ਕੋਈ ਬੰਦਾ ਅਗਰ ਇਹੋ ਜਿਹੀ ਹਦੀਸ ਨੂੰ ਇਹਨਾਂ ਦੇ ਉੱਤੇ ਫਿੱਟ ਕਰਦਾ ਹੈ ਉਹ ਜ਼ਿੰਦੀਕ ਹੈ, ਉਹ ਲਾਂਤੀ ਹੈ, ਜ਼ਿੰਦੀਕ ਹੈ। ਇਸ ਹਦੀਸ ਦੇ ਮਿਸਦਾਕ ਇਹ ਸਾਹਬਾ ਨਹੀਂ ਹਨ, ਬਲਕਿ ਇਹ ਸਹੀ ਸੱਚੇ ਸਾਹਬਾ ਸਨ, ਸ਼ਰਈ ਤੌਰ ਤੇ ਜਿਹੜੀ ਇਸਲਾਮੀ ਸ਼ਰੀ ਇਸਤਲਾਹ ਹੈ ਉਹਦੇ ਮਿਸਦਾਕ ਸਨ। ਤੇ ਇਹਨਾਂ ਦੇ ਬਾਰੇ ਅਸੀਂ ਕਹਿ ਰਹੇ ਹਾਂ ਕਿ ਹਜ਼ਰਤ ਅਲੀ ਦਾ ਕੌਲ ਹੋਵੇ। ਹੁਣ ਜਾਗਦੇ ਪਏ ਸੌਂਦੇ ਨਹੀਂ ਹੋਗੇ, ਵਾਪਸ ਮੈਂ ਆਉਣ ਲੱਗਾ ਨਾ ਜੀ ਉਸਤਾਦ ਮੁਹਤਰਮ, ਇਹ ਸੁਣ ਰਹੇ ਸਾਰੇ, ਬੋਲੋ। जगदे पे भाई जान ਅਗਰ ਹਜ਼ਰਤ ਅਲੀ ਦਾ ਕੌਲ ਹੋਵੇ ਕਿ ਜੇ ਤੂੰ ਰੁੱਕਾ ਨਾ ਦਿੱਤਾ ਤੇ ਮੈਂ ਤੇਰੇ ਕੱਪੜੇ ਉਤਾਰ ਦਿਆਂਗਾ, ਤੇ ਮਾਜ਼ ਅੱਲਾ ਇਹ ਕੋਈ ਮੁਨਾਫਿਕ ਸਾਹਬੀ ਨੇ ਹਜ਼ਰਤ ਅਲੀ, ਜਿਹੜਾ ਹਰਾਮ ਜ਼ਾਦਾ ਉਹਨਾਂ ਨੂੰ ਮੁਨਾਫਿਕ ਕਹਿੰਦਾ, ਉਹ ਆਪ ਮੁਨਾਫਿਕ ਦਾ ਬੱਚਾ ਹੈ, ਹਰਾਮ ਜ਼ਾਦਾ ਹੈ। ਹਜ਼ਰਤ ਅਲੀ ਕੋਈ ਮੁਨਾਫਿਕਾਂ ਚੋਂ ਤਾਂ ਨਹੀਂ, ਹਜ਼ਰਤ ਅਲੀ ਤੇ ਨਬੀ ਪਾਕ ਦੇ ਉੱਤੇ ਜਾਨ ਨਿਛਾਵਰ ਕਰਦੇ ਰਹੇ ਸਾਰੀ ਜ਼ਿੰਦਗੀ। ਇਹ ਕੌਲ ਹਜ਼ਰਤ ਅਲੀ ਦਾ ਹੈ, ਹਜ਼ਰਤ ਅਲੀ ਦੀ ਗੱਲ ਸਾਡੇ ਵਾਸਤੇ ਸ਼ਰੀਅਤ ਹੈ। ਇਸ ਗੱਲੇ ਮਾ ਅਨਾ ਅਲੈਹਿ ਵਾ ਸਹਾਬੀ, ਜੋ ਉਹਨਾਂ ਨੇ ਕਹਿ ਦਿੱਤਾ ਹੈ ਉਹ ਹੀ
ਨਬੀ ਪਾਕ ਦਾ ਹੀ ਅਮਲ ਸੀ। ਫਿਰ ਨਬੀ ਪਾਕ ਦੀ ਜ਼ਿੰਦਗੀ ਦੇ ਵਿੱਚ ਇੱਕ ਕੰਮ ਹੋਇਆ, ਜਿਹੜਾ ਅਮਲ ਨਬੀ ਪਾਕ ਦੀ ਜ਼ਿੰਦਗੀ ਦੇ ਵਿੱਚ ਨਬੀ ਪਾਕ ਦੇ ਸਾਹਮਣੇ ਹੋਇਆ ਹੋਵੇ ਜਾਂ ਨਬੀ ਪਾਕ ਨੂੰ ਆ ਕੇ ਦੱਸ ਦਿੱਤਾ ਗਿਆ ਹੋਵੇ। ਨਬੀ ਅਲੈਹਿਸਲਾਮ ਨੇ ਸਾਹਬਾ ਨੂੰ ਆਖਿਆ ਨਾ ਬਈ ਉਹ ਸਫ਼ਰ ਕਰੋ, ਉਹ ਕਬੀਲਾ ਜਿਹੜਾ ਵਾਅਦਾ ਖਿਲਾਫੀ ਕਰ ਗਿਆ ਸੀ ਨਾ ਗਜ਼ਵਾ ਹਜ਼ਾਬ ਵਿੱਚ ਉਹਨਾਂ ਦੀ ਤਰਫ, ਤੇ ਸਾਹਬਾ ਨੂੰ ਆਖਿਆ ਤੁਸੀਂ ਡਿਗਰ ਦੀ ਨਮਾਜ਼ ਉੱਥੇ ਜਾ ਕੇ ਪੜ੍ਹਨੀ। ਕੋਈ ਸਾਹਬਾ ਨੇ ਰਾਹ 'ਚ ਪੜ੍ਹ ਲਈ ਤੇ ਕੋਈ ਨੇ ਉੱਥੇ ਜਾ ਕੇ ਪੜ੍ਹ ਲਈ। ਉਹ ਨਮਾਜ਼ ਲੇਟ ਹੋਣ ਲੱਗੀ ਸੀ, ਉਹਨਾਂ ਰਾਹ 'ਚ ਪੜ੍ਹ ਲਈ। ਉਹਨਾਂ ਆਖਿਆ ਇੱਥੇ ਨਮਾਜ਼ ਜ਼ਾਇਆ ਹੋ ਜਾਏਗੀ। ਉਹਨਾਂ ਆਖਿਆ ਨਹੀਂ ਨਬੀ ਪਾਕ ਨੇ, ਦੂਜਿਆਂ ਨੇ ਆਖਿਆ ਨਬੀ ਪਾਕ ਨੇ ਆਖਿਆ ਉੱਥੇ ਜਾ ਕੇ ਪੜ੍ਹਨੀ ਸੀ, ਉੱਥੇ ਪੜ੍ਹਨੀ, ਭਾਵੇਂ ਕਜ਼ਾ ਕਰਕੇ ਪੜ੍ਹੀ। ਇਖਤਲਾਫ ਹੋ ਗਿਆ, ਕੁਝ ਨੇ ਉੱਥੇ ਪੜ੍ਹ ਲਈ, ਕਿਸੇ ਨੇ ਉੱਥੇ ਜਾ ਕੇ ਤੋੜ ਜਾ ਕੇ ਪੜ੍ਹ ਲਈ ਕਜ਼ਾ ਕਰਕੇ। ਤੇ ਨਬੀ ਪਾਕ ਨੂੰ ਆ ਕੇ ਉਹਨਾਂ ਦੱਸਿਆ ਕਿ ਯਾ ਰਸੂਲullah ਇਹ ਮਾਮਲਾ ਹੈ। ਜਦੋਂ ਨਬੀ ਅਲੈਹਿਸਸਲਾਤੁ ਵਸਲਾਮ ਨੇ ਦੋਵਾਂ ਦੀ ਗੱਲ ਸੁਣ ਕੇ ਖਾਮੋਸ਼ੀ ਇਖਤਿਆਰ ਕੀਤੀ ਹੈ ਤੇ ਇਹਦਾ ਮਤਲਬ ਹੈ ਵੇ ਕਿ ਆਪਨੇ ਦੋਵਾਂ ਦੀ ਤਸਦੀਕ ਕਰ ਦਿੱਤੀ ਕਿ ਠੀਕ ਹੈ, ਜਿਨ੍ਹਾਂ ਨੇ ਰਾਜ ਪੜ੍ਹ ਲਈ ਹੈ ਉਹਨਾਂ ਦੀ ਵੀ ਠੀਕ ਹੈ, ਜਿਨ੍ਹਾਂ ਤੋੜ ਜਾ ਕੇ ਪੜ੍ਹ ਲਈ ਉਹਨਾਂ ਦੀ ਵੀ ਠੀਕ ਹੈ। ਦੋਵਾਂ ਨੇ ਆਪਣੇ ਇਜਤਿਹਾਦ ਵਿੱਚ ਕੋਈ ਖਤਾ ਨਹੀਂ ਕੀਤੀ। ਮਿੰਟ ਮਿਊਟ ਰੱਖ ਲੈ, ਇੱਕ ਮਿੰਟ ਮਿਊਟ ਲਾ ਲੈ, ਗੱਲ ਕਰ ਲੈਂਦੇ। ਐਸੇ ਹੀ ਤਰ੍ਹਾਂ ਜਦੋਂ ਹਜ਼ਰਤ ਅਲੀ ਨੂੰ, ਹਜ਼ਰਤ ਮਿਕਦਾਦ ਨੂੰ, ਹਜ਼ਰਤ ਜ਼ੁਬੈਰ ਨੂੰ ਨਬੀ ਪਾਕ ਨੇ ਤਰਵਾਂ ਨੂੰ ਭੇਜਿਆ ਕਿ ਜਾਓ ਸੂਰਤ ਕੋਲੋਂ ਰੁੱਕਾ ਲੈ ਕੇ ਆਓ। ਉਹਨਾਂ ਜਾ ਕੇ ਰੁੱਕਾ ਉਹਨੂੰ ਕਿਹਾ ਕੱਢ ਦੇ, ਉਹਨੇ ਕਿਹਾ ਰੁੱਕਾ ਮੇਰੇ ਕੋਲ ਨਹੀਂ। ਉਹਨਾਂ ਕਿਹਾ ਜੇ ਤੂੰ ਰੁੱਕਾ ਨਾ ਦਿੱਤਾ ਤੇਰੇ ਕੱਪੜੇ ਲਾ ਦੇਵਾਂਗੇ, ਤੈਨੂੰ ਨੰਗੀਆਂ ਕਰ ਦੇਵਾਂਗੇ। ਉਹਨੇ ਰੁੱਕਾ ਦੇ ਦਿੱਤਾ, ਵਾਲਾਂ ਦੀਆਂ ਮਹਿੰਦੀਆਂ 'ਚੋਂ ਕੱਢ ਕੇ ਉਹਨੂੰ ਲੈ ਕੇ ਰੁੱਕੇ ਨੂੰ ਆਏ, ਨਬੀ ਅਲੈਹਿਸਲਾਮ ਨੂੰ ਸਾਰੀ ਗੱਲ ਸੁਣਾਈ। ਨਬੀ ਅਲੈਹਿਸਸਲਾਤੁ ਵਸਲਾਮ ਨੇ ਸੁਣ ਕੇ, ਜੇ ਤੇ ਉਹ ਸ਼ਰੀਅਤ ਦੇ ਖਿਲਾਫ ਹੁੰਦਾ ਤੇ ਆਪ ਮਨਾ ਕਰ ਦਿੰਦੇ ਕਿ ਇਹ ਤੇ ਤੁਹਾਡਾ ਹੱਕ ਹੀ ਨਹੀਂ, ਔਰਤ ਨੂੰ ਨੰਗੀਆਂ ਕਰਨ ਦਾ ਤੇ ਇਖਤਿਆਰ ਹੀ ਮੈਂ ਸ਼ਰੀਅਤ 'ਚ ਨਹੀਂ ਹੈ। ਜੇ ਨਬੀ ਅਲੈਹਿਸਸਲਾਤੁ ਵਸਲਾਮ ਨੇ ਸਾਰੀ ਗੱਲ ਸੁਣ ਕੇ ਤੇ ਖਾਮੋਸ਼ੀ ਇਖਤਿਆਰ ਕੀਤੀ ਹੈ ਤੇ ਗੋਇਆ ਨਬੀ ਪਾਕ ਨੇ ਮੋਹਰ ਲਾ ਦਿੱਤੀ ਆਪਣੀ ਤਸਦੀਕ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਜਰ ਦੀ ਨਮਾਜ਼ ਪੜ੍ਹਾਈ ਤੇ ਸਲਾਮ ਫੇਰ ਕੇ ਤੇ ਬੈਠੇ ਸਨ ਮਸੱਲੇ ਤੇ ਇੱਕ ਸਾਹਬੀ ਹੋਏ ਤੇ ਉਹ ਪਰਾਂ ਜਾ ਕੇ ਨਾ ਤੇ ਮਸਜਿਦ ਦੇ ਦੂਸਰੇ ਹਿੱਸੇ 'ਚ ਜਾ ਕੇ, ਯਾਨੀ ਹਾਲ ਦੇ ਦੂਰ ਹੋ ਕੇ, ਉਹਨਾਂ ਨੇ 2 ਰਕਤਾਂ ਨਮਾਜ਼ ਦੀਆਂ ਪੜ੍ਹੀਆਂ। ਜਦੋਂ ਉਹ ਪੜ੍ਹ ਕੇ ਆਏ ਤੇ ਨਬੀ ਅਲੈਹਿਸਸਲਾਮ ਨੇ ਪੁੱਛਿਆ ਵੀ ਨਮਾਜ਼ ਵੱਧ ਗਈ ਹੈ, ਅੱਜ 2 ਰਕਤਾਂ ਬਾਅਦ 'ਚ ਵੀ ਪੜ੍ਹਨ ਲੱਗਾ। ਇੱਕ ਮਿੰਟ ਉਹਨੇ ਤੇ ਉਹਨਾਂ ਆਖਿਆ ਨਾ ਨਮਾਜ਼ ਯਾ ਰਸੂਲullah ਵਧੀ ਹੈ ਤੇ ਨਾ ਘਟੀ। ਅਸਲ 'ਚ ਹੋਇਆ ਕਿ ਮੈਂ ਆਇਆ ਮਸਜਿਦ, ਤੁਸੀਂ ਨਮਾਜ਼ ਪੜ੍ਹਾ ਰਹੇ ਸੀ ਤੇ ਫਰਜ਼ ਨਮਾਜ਼ ਫੌਰਨ ਮੈਂ ਜੁਆਇਨ ਕਰ ਲਈ ਹੈ। ਆ ਕੇ ਮੈਂ ਤੁਹਾਡੇ ਨਾਲ ਹੀ ਨਮਾਜ਼ ਪੜ੍ਹ ਲਈ। ਮੈਂ ਸੁਨਤਾਂ ਨਹੀਂ ਪੜ੍ਹ ਸਕਿਆ ਤੇ ਮੈਂ ਉਹ ਸੁਨਤਾਂ ਪੜ੍ਹੀਆਂ ਨੇ ਜਿਹੜੀਆਂ ਮੈਂ ਫਜਰ ਨਮਾਜ਼ ਤੋਂ ਪਹਿਲੇ ਅੱਗੇ ਰੋਜ਼ ਅਦਾ ਕਰਨਾ ਵਾ ਤੁਹਾਨੂੰ ਵੇਖ ਕੇ। ਉਹ ਮੈਂ 2 ਨਫਲ ਮਸਜਿਦ ਦੇ ਵਿੱਚ ਆ ਕੇ ਤੇ ਪੜ੍ਹਨੇ ਸੀ ਤੇ ਲੇਕਿਨ ਨਮਾਜ਼ ਹੋ ਰਹੀ ਸੀ, ਮੈਂ ਲੇਟ ਹੋ ਗਿਆ ਸੀ। ਨਬੀ ਪਾਕ ਨੇ ਸੁਣ ਕੇ ਖਾਮੋਸ਼ੀ ਇਖਤਿਆਰ ਕੀਤੀ। ਇਹਦਾ ਮਤਲਬ ਕੀ ਹੈ? ਤਸਦੀਕ ਕਰ ਦਿੱਤੀ, ਉਹ ਸ਼ਰੀਅਤ ਬਣ ਗਈ। ਸੋ ਸਹਾਬਾ ਦੇ ਐਸੇ ਅਮਲ, ਐਸੇ ਇਕਬਾਲ ਜਿਹੜੇ ਨਬੀ ਪਾਕ ਦੀ ਜ਼ਿੰਦਗੀ ਦੇ ਵਿੱਚ ਹੋ ਚੁੱਕੇ ਨੇ ਔਰ ਨਬੀ ਪਾਕ ਨੇ ਸੁਣ ਕੇ ਸਕੂਤ ਇਖਤਿਆਰ ਫਰਮਾਇਆ ਹੋਵੇ, ਉਹ ਸ਼ਰੀਅਤ। ਨਬੀ ਪਾਕ ਦਾ ਕੌਲ, ਫੇਲ ਔਰ ਅਮਲੇ ਸਕੂਤ, ਇਹ 3ਵੇਂ ਨਬੀ ਪਾਕ ਦੀਆਂ ਸੁਨਤਾਂ ਨੇ। ਲਿਹਾਜ਼ਾ ਹਜ਼ਰਤ ਅਲੀ ਨੇ ਜੋ ਗੱਲ ਕਹੀ ਹੈ ਉਹ ਸਾਡੇ ਵਾਸਤੇ ਸ਼ਰੀਅਤ ਹੈ, ਕਿਉਂਕਿ ਨਬੀ ਪਾਕ ਦੀ ਮੋਹਰ ਉਹਦੇ ਉੱਤੇ ਮੌਜੂਦ ਹੈ। ਸਾਡੇ ਵਾਸਤੇ ਸ਼ਰੀਅਤ ਮਰਜ਼ਾਈਆਂ ਵਾ ਤੇ ਨਹੀਂ, ਸ਼ਰੀਅਤ ਮਰਜ਼ਾਈਆਂ ਦੀ ਤੇ ਸ਼ਰੀਅਤ ਵੱਖਰੀ ਹੈ ਨਾ। ਮਰਜ਼ਾਈਆਂ ਨੂੰ ਅਗਰ ਤੁਹਾਡੀ ਸ਼ਰੀਅਤ ਇਹ ਵੇ ਮੁਹੰਮਦ ਹੁਸੈਨ ਡਿਪਟੀ ਕਮਿਸ਼ਨਰ ਬਣੇਗਾ ਤੇ ਜਲਾਲ ਉਹਦੇ ਘੋੜੇ ਨੂੰ ਪੱਟੇ ਪਾਏਗਾ ਤੇ ਪੇਟ ਫਟ ਗਿਆ ਤੇ ਲਾਹੌਰ ਮੈਂ ਬੇਸ਼ਰਮ ਰਹਤਾ ਹੈ, ਇਹ ਤੁਹਾਡੀ ਸ਼ਰੀਅਤ ਬਗੈਰ ਤੋਂ। ਤੁਸੀਂ ਆਪਣੀ ਸ਼ਰੀਅਤ ਦੀ ਗੱਲ ਕਰੋ, ਸਾਡੀ ਸ਼ਰੀਅਤ ਜਾਇਜ਼ ਹੈ। ਅਸੀਂ ਅੱਜ ਵੀ ਅਗਰ ਕੋਈ ਔਰਤ ਲੈ ਕੇ ਜਾ ਰਹੀ ਹੋਵੇਗੀ ਮੁਸਲਮਾਨਾਂ ਦੀ ਮੁਖਬਰੀ, ਅੱਜ ਵੀ ਮੈਂ ਉਹਨੂੰ ਕਹਾਂਗਾ ਕਿ ਇਹ ਮੁਖਬਰੀ ਇਸਲਾਮ ਦੀ, ਅਹਿਲ ਇਸਲਾਮ ਦੀ ਵਾਪਸ ਕਰ ਦੇ, ਵਰਨਾ ਮੈਂ ਤੁਹਾਨੂੰ ਨੰਗਿਆਂ ਕਰ ਦੇਵਾਂਗਾ। ਸਾਡੇ ਵਾਸਤੇ ਜਾਇਜ਼, ਮੇਰੇ ਵਾਸਤੇ ਤਾਂ ਜਾਇਜ਼ ਹੈ। ਜਿਹਨੂੰ ਨਹੀਂ ਜਾਇਜ਼ ਲੱਗਦਾ ਉਹ ਨਾ ਕਰੇ। है हो गए 2 सवालों के जवाब। कोई और सवाल? हज़रत अली जैसी शख्सियत देखो, कोई आम सहाबी नहीं, अशरा मुबशरा च उन्हां दा नाम है, खुलफाए राशिदैन विचों ने। इतनी बड़ी हस्ती नबी पाक दी मतलब हयात विच वो कोई गैर शरी काम या गैर शरी गल कर सकते इसने? उन्होंने जिहड़ा कहा कि तेरे कपड़े उतार देंगे, अगर शरीयत विच मना होंदा या इस चीज़ की इजाज़त होंदी है एक औरत जिहड़ा जो मर्जी करे ਤੇ ਕਿ ਤੁਸੀਂ ਉਹਦੇ ਕੱਪੜੇ ਨਹੀਂ ਉਤਾਰਨੇ, ਤੇ ਉਹ ਹਜ਼ਰਤ ਅਲੀ ਔਰ ਇਹ ਗੱਲ ਕਹਿੰਦੇ ਹੈ। ਤੁਹਾਡੀ ਗੱਲ ਕੱਟੀ ਗਈ ਹੈ, ਇਸ ਚੀਜ਼ ਦੀ ਇਜਾਜ਼ਤ ਅੱਜ ਵੀ ਹੈ। ਮੈਂ ਅਮਰ ਭਾਈ ਅੱਗੇ ਵੀ ਗੱਲ ਦੱਸੀ ਸੀ ਕਿ ਮੇਰੀ ਬਰਾਦਰੀ ਦੇ ਵਿੱਚ ਮੇਰੇ ਕਜ਼ਨ ਜਿਹੜੇ ਨੇ ਉਹ ਆਰਮੀ ਦੇ ਵਿੱਚ ਨੇ। ਮੇਰੇ ਇੱਕ ਕਜ਼ਨ SSG ਦੇ ਵਿੱਚ ਨੇ ਤੇ ਕੈਪਟਨ ਡਾਕਟਰ ਹੈ, ਇੱਕ ਇਨਫੈਂਟਰੀ ਫੋਰਸ ਦੇ ਵਿੱਚ ਮੁਬੀਨ ਰੰਧਾਵਾ। ਜਦੋਂ ਬਾਰਡਰ ਤੇ ਤੁਸੀਂ ਹੁੰਦੇ ਹੋ ਨਾ, ਤੇ ਬਾਰਡਰ ਦੇ ਉੱਤੇ ਲੇਡੀ ਪੁਲਿਸ, ਲੇਡੀ
ਨਹੀਂ ਹੁੰਦੀ ਆਮ ਤੌਰ ਤੇ, ਜਾਂ ਕਿਸੇ ਐਮਰਜੈਂਸੀ ਹਾਲਾਤ ਦੇ ਵਿੱਚ ਲੇਡੀ ਤੁਹਾਡੇ ਨਾਲ ਨਹੀਂ ਹੁੰਦੀ। ਅਗਰ ਕੋਈ ਗੱਦਾਰ ਫੜਿਆ ਜਾਵੇ, ਔਰਤ ਫੜੀ ਜਾਵੇ, ਔਰ ਹਾਲਾਤ ਐਸੇ ਹੋਣ ਕਿ ਉਸ ਚੀਜ਼ ਨੂੰ ਕਰਨਾ ਜ਼ਰੂਰੀ ਹੋਵੇ, ਤੇ ਉਹ ਕਰ ਸਕਦੇ ਨੇ, ਕਿਉਂਕਿ ਉਹ ਐਮਰਜੈਂਸੀ ਹਾਲਾਤ ਹੈ। ਜਿਹੜਾ ਹੁੰਦਾ ਨਾ ਔਰਤ ਦੀ ਤਲਾਸ਼ੀ, ਇਹ ਤੇ ਹੁੰਦਾ ਵਾ ਕਿ ਆਮ ਤੁਸੀਂ ਪੁਲਿਸ ਸ਼ਹਿਰ ਦੇ ਵਿੱਚ ਫਿਰ ਰਹੀ ਹੈ, ਤੇ ਉੱਥੇ ਜਨਾਬ ਵਾਲੀ ਲੇਡੀ ਪੁਲਿਸ ਨਾਲ ਲੈ ਕੇ ਜੀ ਹਾਂ ਛਾਪਾ ਮਾਰਨਾ ਪ੍ਰੋਪਰ ਇੱਕ ਪਲੈਨਿੰਗ ਦੇ ਨਾਲ। ਜਦੋਂ ਐਮਰਜੈਂਸੀ ਹਾਲਾਤ ਹੋਣ ਤੇ ਫਿਰ ਇਹ ਚੀਜ਼ ਦੀ ਪਰਵਾਹ ਨਹੀਂ ਕੀਤੀ ਜਾਂਦੀ। ਜਸੂਸ ਫੜਿਆ ਹੈ ਤੁਸੀਂ, ਜਸੂਸ ਨੂੰ ਤਾਂ ਤੁਸੀਂ ਮਾਰ ਵੀ ਸਕਦੇ ਹੋ, ਜਾਨਾਂ ਵੀ ਮਾਰ ਸਕਦੇ ਹੋ, ਕੱਪੜੇ ਲਾਣਾ ਤਾਂ ਬੜੀ ਛੋਟੀ ਗੱਲ ਹੈ। ਜਜ਼ਾਕ ਅੱਲਾਹ। तो सर जी यूके में और मेरा ख्याल है कि अब इंटरनेशनल कंट्रीज़ में इस तरह की मशीनें लगाई गई हैं ना, जिस तरह से आप बता रहे हैं ना वो खातून सस्पिशियस है, तो यहाँ पर भी गोरों ने इसके खिलाफ कैंपेन भी चलाई है। यूके में बाकायदा एयरपोर्ट पे मशीन लगाई गई हैं कि जिस पे शक होगा, भले मर्द हो या औरत हो, जिस पे शक हो जाए, मशीन बोल जाए, तो एक स्पेसिफिक मशीन है, उसके अंदर से उसको गुजरना पड़ता है। और वो जो मशीन है ना वो ऐसा स्कैन करती है कि वो उसको पूरा नंगा स्कैन करती है बेसिकली। तो ये जो कानून आज भी चल रहा है, भाई शक हुआ खातून पे और उसको नंगा स्कैन किया गया, जिस पे यहाँ की गोरियों ने काफ़ी ज़्यादा कैंपेन चलाई है, मुस्लिम औरतों ने कैंपेन चलाई है, लेकिन ये चीज़ एग्जिस्ट कर रही है आज की दुनिया में, यूके में एग्जिस्ट कर रही है। कहाँ तक इनको वो डिक्लाइन करेंगे? मतलब ये बात जो है कि कानून में भी जायज़ है और इस्लामी मुल्कों में भी जायज़ है। सर मैं तो यूके आप की बात मशीन कर रहा हूँ, वाली यूके में बात मशीन करते लगाई हैं। हुई है बाकायदा। मतलब वो ये नहीं करे कि औरत को नंगा करना है, वो इस मशीन में खड़ा कर देते हैं जिसमें वो पूरा स्कैन करते हैं। और वो जो स्कैन है, अगर आप यूट्यूब पे इसको सर्च करें तो आप उसको देख सकते हैं कि औरतों ने कैंपेन क्यों उठाई है भाई कि इस मशीन से हम पूरे नंगे नजर आ रहे हैं। लेकिन वो कह रहे हैं भाई हमें आप पे शक हुआ तो हम माजरत के साथ हम तो करेंगे, आपने ट्रैवल नहीं करना आप ट्रैवल ना करें, हमें शक होगा हम तो करेंगे। तो हज़रत अली रज़ी अल्लाह ताला अन्हु ने जिस औरत को कहा था उसके ऊपर शक वाली तो बात ही नहीं थी, उसके ऊपर तो पूरा 100% उनको यकीन था। सर पीछे क्योंकि हुक्म था इस ना। बात की जो इतला दी थी, जो बताया था, वो नबी पाक सल्लल्लाहु अलैहि वसल्लम ने बताया था, तो नबी पाक की बात तो झूठी हो ही नहीं सकती थी। तो हज़रत अली 100%। रज़ी अल्लाह ताला अन्हु को तो पूरा यकीन था कि इसके पास वो रुका है, इसने छुपाया हुआ है। तो यहाँ भी ऐसे ही है ना, उससे वो रुका लेने का और कोई चारा भी नहीं था। मैंने हज़रत आपसे अली कहा रज़ी ना अल्लाह ताला अन्हु ने बात की थी। बिल्कुल 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 आप जो बात कह रहे हैं बिल्कुल ऐसे ही कह रहे हैं कि कंफर्मेशन थी पीछे से। अब मिसाल के तौर पे यूके में खातून है जो किसी कंट्री की एजेंट है, पीछे से कंफर्मेशन है एजेंसी से, जनाब का ये जो है ना वो एजेंट है फलां कंट्री की। अब कंफर्मेशन तो आ गई है, अब जैसे ही वो ट्रैवल करती है उस मशीन से निकलती है तो उसको पकड़ लेंगे, उसको बोलेंगे यार आप हम आपको ये नहीं करेंगे, हम आपको नंगा करेंगे, आप बस मशीन से गुजर जाओ। क्यों? हमें पीछे से कंफर्मेशन है, हम तो आपके ऊपर ये मशीन से गुजारेंगे 100% यूके में ऐसा होता है। तो आज भी ये चीज़ एग्जिस्ट करती है। अच्छा आमिर भाई आप आ गए, अस्सलाम वालेकुम आमिर भाई। वालेकुम सलाम रहमतुल्लाह। हाँ जी आमिर भाई बस एक हवाला मैंने आपको भेजा है, वो चूंकि लफ्ज़ जो है नंगा इस्तेमाल हुआ है, एक अजीब सा हवाला है। मिर्ज़ा साहब कहते हैं हुज्जतुल्लाह किताब के अंदर रूहानी खजान वॉल्यूम 12 पेज 247 में, एक तो पता नहीं मिर्ज़ा साहब को नरम अंदाम औरतें क्यों पसंद है, कहते हैं कि मैं देखता हूँ कि नरम अंदाम औरतें इसरार की हमारे लिए नंगी हो गई। सर ये क्या है? ये मैंने आपको भेज दिया है वो ना व्हाट्सएप आपके उस पे। अभी मैंने खोला है। हाँ जी हाँ रूहानी खजाइन की जिल्द 12 है, सफ़ा 247 है। हुज्जतुल्लाह किताब है। हाँ जी मिर्ज़ा साहब कहते हैं मैं देखता हूँ कि नरम अंदाम औरतें इसरार की हमारे लिए नंगी हो गई। आगे आप पे आमिर भाई, ओवर टू यू। तो वो कहने का मतलब ये है कि उन्होंने तो नंगा किया नहीं है लेकिन इजाज़त है उसकी। तो मिर्ज़ा साहब के लिए तो प्रैक्टिकली नंगी हुई हुई है, और वो दूसरी जो औरत है जिसका नंगा होना उनके कमरे के अंदर और गुस्ल करना, वो हमने सब ने देखा है। वहाँ पर नंगे होकर वो नहा रही थी और बाकायदा नंगी थी, मिर्ज़ा साहब कमरे में सामने बैठे हुए थे। असल बात ये है कि ये इस मौजू में ट्रू इस्लाम साहब, ट्रू मुस्लिम साहब, ज़रा बात मेरी गौर से, इस मौजू में कुछ भी नहीं है। वो सिर्फ ये चाहते हैं कि इस पर डिस्कस करते रहें, इधर उधर की बातें करते रहें, भले आप सफाइयाँ देते रहें, तो उनका मसला हल ही हल है। आप इससे उतरकर जब दूसरा उनके आगे उनका सबूत रखेंगे, वो कहेंगे नहीं 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 ये रूहानी खजाइन की जिल्द 12 को छोड़ें, आप आमर की बात करें। आमर ने क्यों ये बात कही जो हजरत अली वाली थी? ताकि इसी पर रहें। इसका इलाज ये है, ऐसे जिंदगियों का हमने
हमेशा ऐसे इलाज किया है कि जब पता हो कि बात तो इसके पास कुछ भी नहीं है, सिर्फ ये चाहता ये है कि हमें एक ऐसे मौजू पर एंगेज करके रखे कि हमें वो बैक फुट पर खड़ा करे, खुद वो बाउंसर और यार्कर मारने की कोशिश करे कि लो भाई ए आया जो यार्कर, ए आया जो बाउंसर। इसका इलाज ये है कि आप भी जवाबी तौर पर उसको यार्कर मारें और उसकी टांगें खड़ी करें, उसको कहें भाई दो, मैंने तो जवाब दे दिया कि आमिर ने जो बात कही है वो बिल्कुल हज़रत अली का कौल है, वो बिल्कुल हमारी शरीयत है और उस शरीयत में जायज़ है। बल्कि अगर जायज़ ना होता तो इमाम बुखारी ये बाब ही ना बांधते। इमाम बुखारी ने ये ही बाब बांधा जो मैं कह रहा हूँ। इमाम बुखारी ने ये बाब बांधा है कि ऐसी औरत का नंगा करना जायज़ है। ऐसी औरत भले वो मोमिना हो या जिम्मी हो, ऐसी औरत को नंगा करना जायज़ है। यही मैं कह रहा हूँ कि शरीयत में जायज़ है, ऐसी औरत को नंगा करना शरीयत में जायज़ है। मैंने भी यही कहा, अभी मैं कह रहा हूँ ऐसी औरत को शरीयत में नंगा करना जायज़ है। इमाम बुखारी का बाब देख लें खोल के। अब उनसे पूछें जवाब में, जब तक आप उनसे सवाल नहीं करेंगे ना, जैसे ही आप सवाल करने लगेंगे वो आपको रोक देगा और कहेगा नहीं 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 नहीं, आपने सवाल नहीं करना, आप सिर्फ इसी पे रहें और इसका दफा करते रहें, मैं इस पे बॉलिंग कराता हूँ, आप इसको रोकते रहें बाल को। उसको कहे भाई तुम्हारी बात सुन ली, उसका जवाब दे दिया, अब मुझे भी तो सवाल करने दो कि तुम्हारे मिर्जा जी के सामने ये कौन सी औरतें थी जो नंगी हुई हैं। जो रूहानी खजाइन की जिल्द 12 सफ़ा 247, एक सेकंड खोल के मैं दोबारा दिखाता हूँ आपको। जब तक आपको वो यहाँ रखेगा वो खुश रहेगा, जब आप उसको पकड़कर उसकी असल पोजीशन पर लेकर जाएंगे और कहेंगे कि मैं ये सवाल करना चाहता हूँ कि रूहानी खजाइन की सफ़ा 247 पर 12वीं जिल्द के 247 सफ़े पर हुज्जतुल्लाह किताब में मिर्ज़ा साहब ने जो बताया है कि मैं देखता हूँ कि नरम अंदाम औरतें इसरार की हमारे लिए नंगी हो गई। ये कौन सी औरतें थीं और कितनी नंगी हुई थीं? छातियाँ उनकी नंगी हुई थीं या मुकम्मल नंगी हो गई थी, सुथने भी उनकी उतर गई थी? मिर्ज़ा साहब ने उनको कहाँ से देखा था, आगे से देखा था कि पीछे से देखा था? वो औरतें कितनी थीं और मिर्ज़ा साहब उनको देखने के लिए किस तरह की नज़र, मतलब एक आंख बंद करके देख रहे थे, दोनों आंखों से देख रहे थे? ये सवाल करें। अगर आप बराड के ऊपर रह गए तो मेरा नाम बदल देना आके। आमिर भाई जबरदस्त। ये लातों के भूत है भाईजान, ये बातों से नहीं मानते, ये बड़ी गंदी कौम है। अच्छा, ये मुझे ना शाह साहब ने एक लेटर भेजा है और मैसेज भी साथ भेजा है कि ये मैं थोड़ा बिजी हूँ, ये लेटर उधर लगा के पढ़ के भी सुना दो। ज़िया भाई किधर गए यार? किधर गया बरेलवी मौलवी? नीचे उतरता हूँ, सीट चाहिए होगी तो उनको ले नहीं लेते नहीं हैं। नहीं, सीट की नहीं, आपका बैठना जरूरी है। ठीक है ठीक है, सीट ले लेंगे, आप फिक्र ना करें। मैं दे रही हूँ सर। हैं किधर हैं वो? तो कोई नहीं, नीचे नहीं है? अच्छा, ये लेटर है, ये शाह साहब ने मुझे भेजा है, कहते हैं ज़रा